यूथ फॉरन भज रहे, यूथ तो बचिया नहीं, फिर पंजाब यूथ डेवलपमेंट बोर्ड करेगा की? बच्चे तो बच्चे ही होंगे ना जी, कोई क्वालीफाइड है, कोई किसी को देखो ये बोर्ड 20 ਜਾਂ 25 साल पुराना है। मेरे तो पहले भी बहुत सारे चेयरमैनस लगे हैं। ਤੁਹਾਡੇ ਬੋਰਡ 'ਚ ਪਾਵਰਾਂ ਹੈਗੀਆਂ, ਹੋਰਾਂ ਦੇ ਕਿਸੇ ਦੇ ਬੋਰਡ 'ਚ ਪਾਵਰ ਨਹੀਂ ਹੈਗੀ, ਇਹ ਕੀ ਚੱਕਰ ਹੈ? मैं 10 साल यूथ कांग्रेस काम किया है डिस्ट्रिक्ट लैवल ते स्टेट लैवल ते, तो नर्वस की पहचान है कि भाई यूथ लिए असीं की काम करना। मेरे ਕਿ ਇੱਥੇ ਵੀ ਕੋਈ ਭਗਤ ਸਿੰਘ ਆਊਗਾ, ਤੁਹਾਡੇ ਵਰਗਾ ਕੋਈ ਵਿਜ਼ਨਰੀ ਆਊਗਾ ਜਿਹੜਾ ਇਸ ਸਿਸਟਮ ਨੂੰ ਕਿਉਰ ਕਰ ਸਕੇ? मैं आई विल टेक अप विद मैं ऑनरेबल सीएम साहब ਨਾਲ मैं टेक अप करूँगा। साਡਾ विजिलेंस डिपार्टमेंट है। जन हितैषी देख रहे दर्शकों का स्वागत है जन जन की बात जन हितैषी के साथ। दोस्तों, जितना कि पब्लिक नाल जुड़े, जनता नाल जुड़े मुद्दे असी अक्सर उठाते रहने हैं, सरकारां तक पहुँचाते रहने हैं, तो जिहदे विच साडा मकसद यही है कि असी जनता दीआं जिहड़ियां समस्यावां है वो सरकार तक पहुँचाइए और सरकारां दे जिहड़े सुत्ते हुए जिहड़े लोग हैगे, सरकारी अफसर है, उन्हां नूं जगांदे रहिए ते जनता ते उन्हां दे विच एक तालमेल बनदा रहे और कामकाज होंदे रहन। ਤੇ ਇਹ ਸਾਰਿਆਂ ਦੇ ਵਿੱਚ ਅੱਜ ਅਸੀਂ ਗੱਲ ਕਰਨ ਪਹੁੰਚੇ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ, ਤੇ ਗੱਲ ਕਰਾਂਗੇ ਚੇਅਰਮੈਨੀਆਂ ਦੀ। ਦੋਸਤੋ, ਬਹੁਤ ਦੇਰ ਤੋਂ ਇੱਕ ਮਖੌਲ ਜਿਹਾ ਵੀ ਉੜਿਆ ਫਿਰਦਾ ਸੀਗਾ ਕਿ ਚੇਅਰਮੈਨ ਜਿਹੜੇ ਹੁੰਦੇ ਆ ਉਹ ਸਿਰਫ ਇੰਜੋਇਮੈਂਟ ਲਈ ਹੁੰਦੇ ਆ, ਸਰਕਾਰ ਦੇ ਜਵਾਈ ਹੁੰਦੇ ਆ ਜਿਨ੍ਹਾਂ ਨੇ ਕੰਮ ਤਾਂ ਕੁਝ ਨਹੀਂ ਕਰਨਾ ਹੁੰਦਾ, ਪਰ ਸਿਰਫ ਇੰਜੋਇਮੈਂਟ ਕਰਦੇ ਆ। ਜਾਂ ਵਪਾਰੀ, ਫਿਰ ਉਹ ਚਾਹੇ ਵਪਾਰੀ ਨੇਤਾ ਹੋਵੇ ਚਾਹੇ ਕਿਸੇ ਵੀ ਤਰੀਕੇ ਦਾ ਹੋਵੇ, ਸਰਕਾਰ ਆਪਣੇ ਚਹੇਤਿਆਂ ਨੂੰ ਕਹਿ ਲਓ ਇੱਕ ਤਰ੍ਹਾਂ ਦਾ ਰਿਵਾਰਡ ਦੇ ਦਿੰਦੀ ਹੈ ਤੇ ਉਹਨਾਂ ਨੂੰ ਚੁੱਪ ਕਰਕੇ ਬਿਠਾ ਦਿੰਦੀ ਹੈ ਕਿ ਠੀਕ ਹੈ ਤੁਸੀਂ ਆਪਣਾ ਇੰਜੋਏ ਕਰੋ। 2-3 ਸਾਲ ਇੰਜੋਏ ਕਰਦੇ ਚੱਲ ਜਾਂਦੇ ਆ। ਪਰ ਇਸ ਵਾਰੀ ਮੈਨੂੰ ਲੱਗਦਾ ਚੇਅਰਮੈਨੀ ਦੀ, ਇਸ ਵਾਰ ਦੀ ਜਿਹੜੀ ਕਾਂਗਰਸ ਦੀ ਸਰਕਾਰ ਹੈ ਉਹਦੇ ਵਿੱਚ ਚੇਅਰਮੈਨੀ ਦੀ ਪਰਿਭਾਸ਼ਾ ਹੀ ਬਦਲ ਦੇਣ ਆਏ ਹੈ। ਯੰਗੈਸਟ, ਜੀ ਹਾਂ, ਯੰਗੈਸਟ ਚੇਅਰਮੈਨ ਸੁਖਮਿੰਦਰ ਸਿੰਘ ਬਿੰਦਰਾ, ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ। ਪਹਿਲਾਂ ਤਾਂ ਇਹ ਬੋਰਡ ਦਾ ਨਾਮ ਸੁਣ ਕੇ ਮੈਨੂੰ ਵੀ ਇੱਦਾਂ ਲੱਗਦਾ ਕਿ ਸ਼ਾਇਦ ਪੰਜਾਬ ਸਰਕਾਰ ਨੇ ਇੱਕ ਹੋਰ ਆਪਣੇ ਕਿਸੇ ਚਹੇਤੇ ਨੂੰ ਮੋਬਿਲਾਈਜ਼ ਕਰਨ ਲਈ ਇੱਕ ਨਵਾਂ ਬੋਰਡ ਬਣਾ ਦਿੱਤਾ। ਤੇ ਇਹ ਸਾਰੀ ਸੋਚ ਦੇ ਨਾਲ ਅਸੀਂ ਪਹੁੰਚੇ ਹਾਂ ਸੁਖਮਿੰਦਰ ਸਿੰਘ ਬਿੰਦਰਾ ਜੀ ਦੇ ਕੋਲ ਪੁੱਛਣ ਕਿ ਆਫਟਰ ਆਲ ਇਹਨਾਂ ਨੇ ਕਿਹੜੇ ਚੰਗੇ ਕਰਮ ਕੀਤੇ, ਜਾਂ ਇਹਨਾਂ ਦੇ ਫਾਦਰ ਉਹਨਾਂ ਨੇ ਚੰਗੇ ਕਰਮ ਕੀਤੇ, ਕਿਹੜੀ ਨਜ਼ਦੀਕੀਆਂ ਕਰਕੇ ਇਹਨਾਂ ਨੂੰ ਸਰਕਾਰ ਨੇ ਇਹਨਾਂ ਕਰਕੇ ਬੋਰਡ ਹੀ ਖੜਾ ਕਰ ਦਿੱਤਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਮਾਰਨਿੰਗ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਸਰ। ਪਹਿਲਾਂ ਤਾਂ ਇਹ ਦੱਸੋ, ਇਹ ਪੰਜਾਬ ਜਿਹੜਾ ਯੂਥ ਡਿਵੈਲਪਮੈਂਟ ਬੋਰਡ ਇਹ ਨਵਾਂ ਬਣਿਆ, ਇਹ ਤੁਹਾਡੀ ਯੰਗੈਸਟ ਏਜ ਨੂੰ ਦੇਖ ਕੇ ਉਹਨਾਂ ਨੇ ਬਣਾ ਦਿੱਤਾ? ਨਹੀਂ ਜੀ, ਇਹ ਬੋਰਡ ਨਵਾਂ ਨਹੀਂ ਬਣਿਆ, ਇਹ ਬੋਰਡ 20-25 ਸਾਲ ਪੁਰਾਣਾ। ਸਰ ਇੱਦਾਂ ਦਾ ਨਾ ਕਰੋ। ਇਹ ਬੋਰਡ 20 ਜਾਂ 25 ਸਾਲ ਪੁਰਾਣਾ। ਮੇਰੇ ਤੋਂ ਪਹਿਲੇ ਵੀ ਬਹੁਤ ਸਾਰੇ ਚੇਅਰਮੈਨਸ ਲੱਗੇ ਹਨ। ਤੁਹਾਡੀ ਉਮਰ ਕਿੰਨੀ ਹੈ ਸਰ? ਮੇਰੀ ਉਮਰ ਹੋਏਗੀ ਜੀ 36-37 ਦੇ ਆਸ-ਪਾਸ। ਜਦੋਂ ਤੁਸੀਂ ਪੈਦਾ ਹੋਏ 10 ਕੁ ਸਾਲ ਬਾਅਦ ਹੀ ਸਰਕਾਰ ਨੇ ਸੋਚ ਲਿਆ ਇੱਕ ਯੰਗੈਸਟ ਚੇਅਰਮੈਨ ਆਉਣ ਵਾਲਾ ਤੇ ਅਸੀਂ ਉਹਦੇ ਲਈ ਬੋਰਡ ਡਿਵੈਲਪ ਕਰ ਦਈਏ। ਨਹੀਂ ਦੇਖੋ ਭਾਜੀ, ਇਦਾਂ ਨਹੀਂ ਹੈ ਜੀ, ਬੋਰਡ ਦੇ ਬਹੁਤ ਸਾਰੇ ਬੋਰਡਸ ਹੋਰ ਵੀ ਹੈ ਜੀ, ਪਰ ਜਦ ਮੈਂ ਵੀ ਪਿੱਛੇ ਸੀਗਾ ਮੈਂ ਵੀ ਬੋਰਡ ਦਾ ਸੁਣਿਆ ਨਹੀਂ ਸੀਗਾ। ਪਰ ਹਾਂ, ਜਦ ਮੈਨੂੰ ਬੋਰਡ ਦੀ ਕੋਈ ਰਿਸਪੌਂਸਿਬਿਲਿਟੀ ਸੰਭਾਲੀ ਗਈ ਜੀ ਤੇ ਅਸੀਂ ਕੰਮ ਕੀਤਾ ਤੇ ਜ਼ਰੂਰ ਪਤਾ ਲੱਗਿਆ ਕਿ ਬੋਰਡ ਦੀ ਬਹੁਤ ਸਾਰੀ ਰਿਸਪੌਂਸਿਬਿਲਿਟੀਜ਼ ਹੈ। तो आई एम वर्किंग एज अ चेयरपर्सन फॉर दिस बोर्ड। ये बोर्ड तो मेरे आने तो पहले 5-6 होर भी बने हैं चेयरमैनस, तो चलो सब ने अपने अपने विषय पर काम भी किया होगा, शायद मैनू नहीं पता, पर असी जो किया आपकी टर्म दे विच मैनू चेयरमैन लग्या हुआ साल अप्रॉक्सीमेटली हो चुका है। मैं इत्थे गल करना चाहांगा, जिद्दां तुसीं किहा होर भी बोर्ड बने, सानू भी पता वो बोर्डां दे बारे, पर ਤੁਹਾਡੇ ਬੋਰਡ 'ਚ ਪਾਵਰਾਂ ਹੈਗੀਆਂ, ਹੋਰਾਂ ਦੇ ਕਿਸੇ ਦੇ ਬੋਰਡ 'ਚ ਪਾਵਰ ਨਹੀਂ ਹੈਗੀ, ਇਹ ਕੀ ਚੱਕਰ ਹੈ? ਜਾਂ ਸਾਰਾ ਇਹ ਵਿਜ਼ਨ ਦਾ ਖੇਲ ਹੈ ਕਿ ਆਫਟਰ ਆਲ ਹੈ ਕੀ? ਕਿਉਂਕਿ ਬਾਕੀ ਵੀ ਜਿਹੜੇ ਚੇਅਰਮੈਨ ਜਾਂ ਵਾਈਸ ਚੇਅਰਮੈਨ ਬਣੇ ਆ ਅਜੇ ਤਾਂ ਦੇਖਿਆ ਨਹੀਂ, ਉਹ ਤਾਂ ਕਿਤੇ ਦਿਖਦੇ ਵੀ ਨਹੀਂ ਔਰ ਤੁਸੀਂ ਕਿਤੇ ਹਟਦੇ ਨਹੀਂ। ਨਹੀਂ ਜੀ, ਇੱਦਾਂ ਦੀ ਦੇਖੋ ਕੋਈ ਗੱਲ ਨਹੀਂ ਹੈ। ਜਿਹੜੇ ਬਾਕੀ ਵੀ ਸਾਡੇ ਚੇਅਰਮੈਨਸ ਬਣੇ ਹਨ, ਸਾਡੇ ਮਾਨਯੋਗ ਹਨ, ਬਲਕਿ ਰਿਸਪੈਕਟਫੁਲ ਸਾਰੇ ਚੇਅਰਮੈਨ। ਇੱਕ ਅੱਧਾ ਤਾਂ ਤੁਹਾਡੇ ਘਰ 'ਚੋਂ ਹੀ ਹੈ ਸਰ। नहीं चलो, चाहे घर चो है चाहे बाहर, मेली सारे मानयोग है। मेरे ख्याल सारे अपने बोर्ड काम कर भी रहे होंगे, पर मैनू तो सानू आप दा पता है कि असी की कर रहे हैं। देखो सारे आपदे विषय काम कर रहे हैं, इट्स वेरी गुड, पर जो असी आप काम कर रहे हैं डिपार्टमेंट दे विच, मैनू तो तुसी उस चीज़ बारे पुछो तो मैं तुहानू चंगी रोशनी पा पाऊंगा। सर मैं वही पूछना चाहांगा, पंजाब यूथ डिवेलपमेंट बोर्ड की है तो ये लिए तुसी की स्ट्रेटजीज हैगियां, ये दसो तुसी की कर रहे हो? देखो जी, जिहड़ा पंजाब यूथ डिवेलपमेंट बोर्ड है जी, this has been established by our honorable chief minister जी पंजाब जी। ਇਹ ਬੋਰਡ ਨੂੰ ਗਠਨ ਕੀਤਾ ਸੀ ਫॉर द ਵੈਲਫੇਅਰ ਐਂਡ द ਡਿਵੈਲਪਮੈਂਟ ਆਫ द ਯੂਥ ਜੀ, ਕਿ ਯੂਥ ਦੇ ਵੈਲਫੇਅਰ ਲਈ ਕੋਈ ਕੰਮ, ਜਿਹੜਾ ਸਾਡਾ ਹੋਮ ਡਿਪਾਰਟਮੈਂਟ ਹੈ, ਦੈਟ ਇਜ਼ ਡਿਪਾਰਟਮੈਂਟ ਆਫ ਯੂਥ ਐਂਡ ਸਪੋਰਟਸ।
ਤੋ ਜਿਹੜਾ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਹੈ ਇਹਦਾ ਮੋਟਿਵ ਹੈ ਕਿ ਕਿਸੇ ਵੀ ਡਿਪਾਰਟਮੈਂਟ ਦੀ ਵੀ ਕੁਡ ਰਿਵਿਊ ਦ ਪਾਲਿਸੀਜ਼ ਦ ਡਿਪਾਰਟਮੈਂਟਲ ਸਕੀਮਸ ਫॉर ਦ ਯੂਥ ਜੇ ਕਿਸੇ ਹੋਰ ਮਹਿਕਮੇ 'ਚ ਜਿਵੇਂ ਵੈਲਫੇਅਰ ਡਿਪਾਰਟਮੈਂਟ ਹੈ ਇੰਡਸਟਰੀ ਡਿਪਾਰਟਮੈਂਟ ਹੈ ਕਿਤੇ ਵੀ ਜੇ ਕੋਈ ਯੂਥ ਦੀ ਪਾਲਿਸੀਜ਼ ਹੁੰਦੀਆਂ ਅਸੀਂ ਉਹਨੂੰ ਰਿਵਿਊ ਕਰਦੇ ਹਾਂ ਰਿਵਿਊ ਕਰਕੇ ਇਫ ਨੀਡਡ ਤੇ ਵੀ ਮੇਕ ਦ ਨਿਊ ਪਾਲਿਸੀਜ਼ ਫॉर दैट ਜਿੱਥੇ ਯੂਥ ਨੂੰ ਭਲਾ ਹੋਵੇ ਜਿਵੇਂ ਹੁਣ ਪਿੱਛੇ ਬਹੁਤ ਸਾਰੀ ਪਾਲਿਸੀ ਸਾਡੇ ਡਿਪਾਰਟਮੈਂਟਸ ਦੀ ਹੁੰਦੀ ਹੈ NSS ਸਕੀਮ ਹੈਗੀ ਹੈ ਜੀ ਸਾਡੇ ਬਹੁਤ ਸਾਰੇ ਟਰੈਕਿੰਗ ਕੈਂਪਸ ਹੁੰਦੇ ਹੈ ਯੂਥ ਡਿਵੈਲਪਮੈਂਟ ਪ੍ਰੋਗਰਾਮਸ ਹੁੰਦੇ ਹੈ ਬਹੁਤ ਸਾਰੇ ਫੇਅਰਸ ਲੱਗਦੇ ਹੈ ਟਰੈਕਿੰਗ ਕੈਂਪਸ ਹੁੰਦੇ ਹੈ ਜਿਹੜੇ ਮਨਾਲੀ ਜਾਂਦੇ ਹੈ ਉਹ ਸਾਰੇ ਡਿਪਾਰਟਮੈਂਟ ਦੇ ਅੰਡਰ ਸਾਰੇ ਕਵਰ ਹੁੰਦੇ ਹੈ ਜੀ ਸਰ ਬਿਲਕੁਲ ਠੀਕ ਹੈ ਇੱਕ ਚੀਜ਼ ਪੁੱਛਣਾ ਚਾਹਾਂਗਾ ਕਿ ਇਸ ਜਿਵੇਂ ਤੁਹਾਡਾ ਪਹਿਲੀ ਵਾਰੀ ਅਸੀਂ ਦੇਖ ਰਹੇ ਹਾਂ ਕਿ ਕਿਸੇ ਚੇਅਰਮੈਨ ਨਾਲ ਅਸੀਂ ਗੱਲ ਕਰ ਰਹੇ ਹਾਂ ਉਹ ਇੱਕ ਵਿਜ਼ਨ ਹੈਗਾ ਬਾਕੀ ਸਾਰੇ ਜਿਹੜੇ ਡਿਪਾਰਟਮੈਂਟ ਹੈ ਕਿ ਉਹਨਾਂ ਕੋਲ ਵੀ ਇਹ ਪਾਵਰਾਂ ਹੁੰਦੀਆਂ ਉਹ ਕੰਮ ਨਹੀਂ ਕਰਦੇ ਜਾਂ ਸਿਸਟਮ ਕੀ ਹੈਗਾ ਫਰਕ ਕੀ ਹੈ ਦੇਖੋ ਜੀ ਮੈਂ 10 ਸਾਲ ਮੈਂ ਯੂਥ ਕਾਂਗਰਸ ਕੰਮ ਕੀਤਾ ਮੈਂ ਚੇਅਰਪਰਸਨ ਬਣਨ ਤੋਂ ਪਹਿਲੇ 10 ਇਅਰਸ ਮੈਂ ਮੇਰੇ ਖਿਆਲ 2007 ਜਾਂ 9 ਦੇ ਵਿੱਚ ਆਪਣੀ ਪਹਿਲੀ ਇਲੈਕਸ਼ਨ ਫਾਈਟ ਕੀਤੀ ਸੀ ਲੁਧਿਆਣਾ ਵੈਸਟ ਤੋਂ ਬੀਇੰਗ ਅ ਪ੍ਰੈਜ਼ੀਡੈਂਟ ਜੀ ਔਰ ਮੈਂ ਪ੍ਰੈਜ਼ੀਡੈਂਟ ਮੈਂ ਬਣਿਆ ਉਸ ਤੋਂ ਬਾਅਦ ਮੈਂ ਲੁਧਿਆਣਾ ਡਿਸਟ੍ਰਿਕਟ ਦਾ ਇੰਚਾਰਜ ਰਿਹਾ ਜੀ ਫਿਰ ਮੈਂ ਇਲੈਕਸ਼ਨ ਲੜੀ ਫਿਰ ਮੈਂ ਇਲੈਕਸ਼ਨ ਲੜ ਕੇ ਸਟੇਟ ਦਾ ਸੈਕਟਰੀ ਬਣਿਆ ਫॉर द ਯੂਥ ਕਾਂਗਰਸ ਜੀ ਉਸ ਤੋਂ ਬਾਅਦ ਮੈਂ ਸਟੇਟ ਦਾ ਮੈਂ ਸਪੋਕਸਮੈਨ ਬਣਿਆ ਜੀ ਦਿਸ ਇਜ਼ ਦਾ ਫਸਟ ਪੋਸਟ ਜਿੱਥੇ ਮੈਨੂੰ ਨੋਮੀਨੇਟ ਕੀਤਾ ਗਿਆ ਮੈਂ 10 ਸਾਲ ਯੂਥ ਕਾਂਗਰਸ ਕੰਮ ਕੀਤਾ ਹੈ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਉਹ ਨਰਵਸ ਦੀ ਪਛਾਣ ਹੈ ਕਿ ਵੀ ਯੂਥ ਲਈ ਅਸੀਂ ਕੀ ਕੰਮ ਕਰਨਾ ਮੇਰਾ ਹਮੇਸ਼ਾ ਗੋਲ ਰਿਹਾ ਕਿ ਜੇ ਮੈਂ ਬਣਾ ਕਿਉਂ ਨਾ ਮੈਂ ਯੂਥ ਲਈ ਕੰਮ ਕਰਾਂ ਦੇਖੋ ਮੈਂ ਸਕੂਲਿੰਗ ਕੀਤੀ ਕਾਲਜ ਕਰਕੇ ਮੈਂ ਬਾਹਰ ਚਲਾ ਗਿਆ US ਚਲਾ ਗਿਆ ਬਹੁਤ ਬੈਸਟ ਕੰਪਨੀ ਉੱਤੇ ਕੰਮ ਕੀਤਾ ਜਿਵੇਂ ਬ੍ਰਿਟਿਸ਼ ਟੈਲੀਕਾਮ ਜੀ ਸਿਸਕੋ 5-6 ਸਾਲ ਕੰਮ ਕੀਤਾ ਪਰ ਸੀ ਨਹੀਂ ਕਿ ਮੈਂ ਆਪਣੇ ਦੇਸ਼ ਲਈ ਯੂਥ ਲਈ ਕੁਝ ਮੈਂ ਕਰਨਾ ਚਾਹਨਾ ਜੀ ਤੋ ਆਈ ਲੈਫਟ ਦ ਜੌਬ ਦੇਅਰ ਕੇਮ ਬੈਕ ਹੇਅਰ ਆ ਕੇ ਮੈਂ ਕੰਮ ਕੀਤਾ ਕੰਮ ਕਰਦੇ ਹੁਣ ਤੁਸੀਂ ਦੇਖੋ ਕਿ ਕੋਈ ਵੀ ਯੂਥ ਤੇ ਇੱਦਾਂ ਮੁੱਦਾ ਨਹੀਂ ਹੁੰਦਾ ਕੋਈ ਵੀ ਡਿਪਾਰਟਮੈਂਟਲ ਯੂਥ ਦੀ ਸਕੀਮਸ ਨਹੀਂ ਜਿੱਥੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਇਨਵੋਲਵ ਨਾ ਹੋਵੇ ਜੇ ਤੁਸੀਂ ਕਰੋਨਾ 'ਚ ਲੈ ਕੇ ਚੱਲੋ ਕਰੋਨਾ ਦੇ ਵਿੱਚ ਆਵਰ ਬੋਰਡ ਵਾਸ ਦਾ ਫਸਟ ਵਨ ਕਿ PPP ਕਿਟਸ ਵੰਡੀਆਂ ਲੰਗਰ ਦੀ ਇੰਸ਼ੋਰੈਂਸ ਕਰਾਈਆਂ ਡੇਲੀ ਲੰਗਰ 6 ਮਹੀਨੇ ਚੱਲਦਾ ਰਿਹਾ ਤਾਂ ਬਹੁਤ ਸਾਰੇ ਉਪਰਾਲੇ ਹੈ ਜਿਹੜੇ ਕਿ ਤੁਸੀਂ ਦੇਖਦੇ ਆ ਰਹੇ ਹੋ ਤੁਹਾਡੇ ਮਾਧਿਅਮ ਦੇ ਰਾਹੀਂ ਹੁਣ ਸਾਡੇ ਕੋਲ ਸਪੋਰਟ ਕਿਟਸ ਆ ਜੇ ਆਪਾਂ ਲਾ ਕੇ ਚੱਲੀਏ ਗੱਲ ਕਰਨਾ ਚਾਹ ਰਿਹਾ ਸੀ ਪਿੱਛੇ ਬੜਾ ਵਾਇਰਲ ਹੋਇਆ ਤੁਸੀਂ ਬੜੀ ਸਪੋਰਟਸ ਕਿੱਟ ਵੰਡੀਆਂ ਲੋਕੀ ਲੰਗਰ ਲਾ ਰਹੇ ਸੀ ਤੁਸੀਂ ਸਪੋਰਟਸ ਕਿੱਟਾਂ ਹੀ ਵੰਡਤੀਆਂ ਇੰਨੀਆਂ ਕਿ ਅਸੀਂ ਸੁਣੀਆਂ ਵੀ ਨਹੀਂ ਸੀਗੀ ਕਈ ਵਾਰੀ ਤਾਂ ਇਹ ਲੱਗਿਆ ਕਿ ਜਿਵੇਂ ਬੰਦਿਆਂ ਨੂੰ ਪੰਜਾਬੀਆਂ 'ਚ ਥੋੜ੍ਹੀ ਆਦਤ ਹੁੰਦੀ ਹੈ ਵਧਾ ਚੜ੍ਹਾ ਕੇ ਬੋਲਣ ਦੀ ਉਹ ਐਕਚੁਅਲ 'ਚ ਉਨੀਆਂ ਵੰਡੀਆਂ ਹੀ ਆ ਵਧਾ ਚੜ੍ਹਾ ਕੇ ਗੱਲ ਕਰਨ ਵਾਲੀ ਪੰਜਾਬੀਆਂ ਵਾਲੀ ਗੱਲ ਠੀਕ ਹੈ ਨਹੀਂ ਜੀ ਮੈਂ ਦੱਸਦਾ ਜਿਹੜੀ ਸਪੋਰਟਸ ਕਿਟਸ ਹੈ ਨਾ ਦੇਖੋ ਇਹ ਸਾਡਾ ਇੱਕ ਮਿਸ਼ਨ ਸੀਗਾ ਇੱਕ ਅਸੀਂ ਵਿਜ਼ਨ ਲੈ ਕੇ ਆਏ ਸੀਗੇ ਜੀ ਅਸੀਂ ਜਿੰਨੇ ਇੰਡਸਟਰੀਅਲਿਸਟ ਨਾਲ ਸਾਰਿਆਂ ਨੇ ਮੀਟਿੰਗਸ ਕੀਤੀ ਮੈਂ ਆਪ ਜਾ ਕੇ ਅੱਛਾ ਜੀ ਮੈਂ ਕਿਹਾ ਜੀ ਅਸੀਂ ਯੂਥ ਲਈ ਕੁਝ ਕਰਨਾ ਚਾਹੁੰਦੇ ਹਾਂ ਤੋ 6-7 ਇੰਡਸਟਰੀ ਸੀ ਜਿਹਨੇ ਸਾਨੂੰ ਬਹੁਤ ਪੋਜ਼ਿਟਿਵ ਰਿਸਪੌਂਸ ਦਿੱਤਾ ਕਿਉਂਕਿ ਦੇਖੋ ਜਿਹੜੀ ਇੱਕ ਸਪੋਰਟ ਕਿੱਟ ਹੈ ਇਹ ਵਾਲੀ ਇਹ ਸਪੋਰਟ ਦੇ ਕਿੱਟ ਦੇ ਵਿੱਚ ਇੱਕ ਤਾਂ ਕ੍ਰਿਕਟ ਦੀ ਕਿੱਟ ਹੈ ਜੀ ਇੱਕ ਹੈਗੀ ਫੁੱਟਬਾਲ ਇੱਕ ਵਾਲੀਬਾਲ ਤੇ ਇੱਕ ਵਾਲੀਬਾਲ ਦਾ ਨੈਟ ਕਹਿਣ ਦਾ ਭਾਵ ਕਿ ਇੱਕ ਕਿੱਟ ਤੋਂ 50 ਤੋਂ ਲੈ ਕੇ 80 ਬੱਚੇ ਖੇਡ ਸਕਦੇ ਹਨ ਜੀ ਹੁਣ ਕਿੱਟ ਦਾ ਫਾਇਦਾ ਕੀ ਹੈ ਦੇਖੋ ਜੇ ਕੋਈ ਸਪੋਰਟਸ ਕਿਟਸ ਅਸੀਂ ਕੋਈ ਪਿੰਡ ਦੇ ਵਿੱਚ ਦਿੰਦੇ ਆ ਇੱਕ ਤਾਂ ਉਹ ਯੂਥ ਡਰੱਗਸ ਤੋਂ ਦੂਰ ਰਹਿੰਦੀ ਹੈ ਕਿਉਂਕਿ ਉਹ ਸਪੋਰਟਸ ਖੇਡ ਰਹੀ ਹੈ ਜਿਹੜਾ ਬੰਦਾ ਫਿਟ ਹੋਊਗਾ ਹੈਲਥ ਫਰੀਕ ਹੋਊਗਾ ਉਹ ਕਦੀ ਉਹ ਨਸ਼ੇ 'ਚ ਨਹੀਂ ਜਾਊਗਾ ਸੈਕਿੰਡ ਥਿੰਗ ਕੀ ਹੋਊਗੀ ਜੀ ਕਿ ਉਹਨਾਂ ਦੀ એનર્ਜੀ ਹੈ ਉਹ ਰਾਈਟ ਡਾਇਰੈਕਸ਼ਨ 'ਚ ਚੈਨਲਾਈਜ਼ ਹੋਊਗੀ ਥਰਡ ਥਿੰਗ ਹੈ ਕਿ ਕੀ ਪਤਾ ਉਹਨਾਂ 'ਚ ਕੋਈ ਚੰਗਾ ਸਪੋਰਟਸਮੈਨ ਬਣ ਜਾਏ ਜੇ ਖੇਲਣ ਦਾ ਦੇਖੋ ਸਮਾਨ ਆਪ ਕਿਸੇ ਕੋਲ ਹੋਊਗਾ ਤੇ ਉਹ ਤਾਂ ਹੀ ਖੇਲੂਗਾ ਨਾ ਖੇਲੇਗਾ ਹੀ ਜੇ ਹੁਣ ਘਰੇ ਕੋਈ ਫੁੱਟਬਾਲ ਪਈ ਹੈ ਜਾਂ ਕੋਈ ਵਾਲੀਬਾਲ ਪਈ ਹੈ ਵਾਲੀਬਾਲ ਇਨਸਾਨ ਇਕੱਲਾ ਤਾਂ ਖੇਲ ਨਹੀਂ ਸਕਦਾ ਯੂ ਨੀਡ ਅ ਟੀਮ 10 ਇੱਧਰ 10 ਉੱਧਰ ਅਗਲਾ ਆਪ ਹੀ ਵੀ ਖੇਲੂਗਾ ਆਪਣੇ ਪਿੰਡ ਦੇ ਵਿੱਚ ਆਪਣੇ ਦੋਸਤਾਂ ਨੂੰ ਵੀ ਕਹੂਗਾ ਕਿ ਆਓ ਖੇਲੀਏ ਔਰ ਤੁਸੀਂ ਦੇਖੋ ਵੀ ਕਿੰਨਾ ਵੈਲਫੇਅਰ ਦਾ ਕੰਮ ਹੈ ਅਸੀਂ ਕਰੀਬ ਮੇਰੇ ਖਿਆਲ 3000 ਸਪੋਰਟ ਕਿਟਸ ਇਕੱਠੀਆਂ ਕੀਤੀਆਂ 3000 ਸਪੋਰਟ ਪੱਕੀ ਗੱਲ 3000 ਹੀ ਹੈ ਮਤਲਬ ਫਿਗਰਾਂ 'ਚ ਉੱਪਰ ਥੱਲੇ ਤਾਂ ਨਹੀਂ ਮੈਂ ਕਿਹਾ ਜੀ ਤੁਸੀਂ RTA ਲੈ ਕੇ ਤੁਸੀਂ ਇਨਫੋਰਮੇਸ਼ਨ ਲੈ ਲਓ ਜੀ ਅਸੀਂ ਜਿਹੜੀ ਵੰਡਦੇ ਪਏ ਅਸੀਂ ਤਾਂ ਔਨ ਰਿਕਾਰਡ ਹੈ ਜੀ ਅੱਛਾ ਤੁਸੀਂ ਔਰ ਤੁਸੀਂ ਆਹ ਦੇਖੋ ਕਿ ਅਸੀਂ ਆਪ ਇਹ ਉਪਰਾਲਾ ਕਰਕੇ ਸਾਡੇ CM ਸਾਹਿਬ ਦੀ ਸੋਚ ਸੀਗੀ ਇਹ ਵਿਜ਼ਨ ਸਾਡੇ CM ਸਾਹਿਬ ਦਾ ਸੀਗਾ ਇਹ ਕੈਪਟਨ ਅਮਰਿੰਦਰ ਸਿੰਘ ਜੀ ਦੀ ਸੋਚ ਸੀ ਕਿ ਯੂਥ ਲਈ ਆਪਾਂ ਕੀ ਕਰੀਏ ਜਿੰਨਾ ਪੰਜਾਬ ਦੀ ਯੂਥ ਨੂੰ ਨਸ਼ੇ ਦਾ ਮੁੱਦਾ ਦੇਖੋ ਨੰਬਰ 1 ਚੱਲ ਰਿਹਾ ਸੀ ਪਿੱਛੇ ਅੱਜ ਤੋਂ 5 ਸਾਲ ਪਹਿਲੇ ਜਾਂ 10 ਸਾਲ ਪਹਿਲੇ ਤੇ ਹੁਣ ਤੁਸੀਂ ਦੇਖੋ ਯੂਥ ਨੂੰ ਆਪਾਂ ਪ੍ਰਮੋਟ ਵੀ ਕਰਤਾ ਸਪੋਰਟਸ ਨੂੰ ਵੀ ਕਰਤਾ ਪ੍ਰਮੋਟ ਡਰੱਗਸ ਵੀ ਦੂਰ ਕਰਤੇ એનર્ਜੀ ਸਹੀ ਦਿਸ਼ਾ 'ਚ ਇੱਕ ਚੈਨਲਾਈਜ਼ ਵੀ ਕਰਤੀ ਸਪੋਰਟਸਮੈਨ ਵੀ ਵਿੱਚੋਂ ਬਣ ਗਏ ਜੇ ਖੇਲਣ ਦਾ ਸਮਾਨ ਹੋਊਗਾ ਤੇ ਉਹ ਖੇਲਣਗੇ ਜ਼ਰੂਰ
ਹੁਣ ਤੁਸੀਂ ਦੇਖੋ 3000 ਸਪੋਰਟ ਕਿਟਸ, ਮੈਂ ਹਾਰਟੀ ਥੈਂਕਸ ਕਰਨਾ ਚਾਹੁੰਦਾ ਜਿਹੜੀ ਕੰਪਨੀਆਂ ਨੇ ਸਾਨੂੰ ਸਪੋਰਟ ਕੀਤਾ, ਸਾਡੇ ਇਸ ਵੈਲਫੇਅਰ ਦੇ ਮਿਸ਼ਨ ਦੇ ਵਿੱਚ ਸਾਨੂੰ ਸਪੋਰਟ ਕੀਤਾ। ਹੁਣ ਅਸੀਂ ਹਰੇਕ ਪਿੰਡ 'ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰੇਕ ਡਿਸਟ੍ਰਿਕਟ ਦੇ ਵਿੱਚ 100-150 ਸਪੋਰਟ ਕਿਟਸ ਦਈਏ, ਰੂਰਲ ਬੱਚਿਆਂ ਨੂੰ ਦਈਏ ਜਿਹੜੇ ਬੱਚੇ ਨਹੀਂ ਅਫੋਰਡ ਕਰ ਸਕਦੇ ਜੀ, ਤਾਂ ਕਿ ਉਹਨਾਂ ਤੱਕ ਸਪੋਰਟ ਕਿਟਸ ਪਹੁੰਚੇ, ਉਹ ਖੇਲਣ ਔਰ ਆਉਣ ਵਾਲੇ ਸਾਲ 2 ਸਾਲ ਉਹ ਇਸ ਚੀਜ਼ ਨੂੰ ਖੇਲਣ ਔਰ ਕੁਛ ਨਾ ਕੁਛ ਉਹਨਾਂ ਦਾ ਫਾਇਦਾ ਹੋਵੇ। ਦੇਖੋ ਇਹ ਸਾਡਾ ਫਲੈਗਸ਼ਿਪ ਪ੍ਰੋਗਰਾਮ ਸੀਗਾ ਸਾਡੇ ਬੋਰਡ ਦਾ। ਸਰ ਤੁਹਾਡੇ ਬੋਰਡ ਤੋਂ ਯਾਦ ਆਇਆ ਕਿ ਇਹ ਸਪੋਰਟਸ ਦੀ ਗੱਲ ਤੋਂ ਕਿ ਸਡਨਲੀ ਇਹ ਸਪੋਰਟਸ ਦੇ ਮਗਰ ਬੜੇ ਪੈ ਗਏ। ਪਿੱਛੇ ਅਸੀਂ ਦੇਖਿਆ ਕਿ ਮੰਤਰੀ ਜਿਹੜੇ ਸਾਡੇ ਖੁਰਾਕ ਮੰਤਰੀ ਹੈ ਉਹ ਵੀ ਉਹਨਾਂ ਨੇ ਵੀ 30-35 ਸਪੋਰਟਸ ਨੂੰ ਫਟਾਫਟ ਉਹ ਕਰਤਾ, ਸ਼ਾਰਟ ਲਿਸਟ ਕੀਤਾ ਤੇ ਉਹਦੇ 'ਤੇ ਕਰਤਾ। ਕ੍ਰਿਕਟ ਵੀ, ਬੈਡਮਿੰਟਨ ਵੀ, ਈਵਨ ਬੈਡਮਿੰਟਨ 'ਚ ਤਾਂ ਉਹ ਆਪ ਐਜ਼ ਏ ਪ੍ਰਧਾਨ ਵੀ ਨੋਮੀਨੇਟ ਹੋਏ, ਪਰ ਕੋਰਟ ਨੇ ਥੋੜ੍ਹਾ ਜਿਹਾ ਬੈਨ ਜਿਹਾ ਲਗਾਤਾ ਉਸ ਚੱਕਰ 'ਚ। ਇੱਕ ਸਾਰੇ ਸਪੋਰਟਸ ਦੇ ਪਿੱਛੇ ਕਿਉਂ ਲੱਗੇ ਤੁਹਾਡੇ ਆਉਣ ਕਰਕੇ, ਜਾਂ ਇਹ ਫਰਕ ਕੀ ਹੋਇਆ? ਨਹੀਂ, ਇਹ ਬਹੁਤ ਚੰਗੀ ਗੱਲ ਹੈ। ਦੇਖੋ ਜੇ ਕੋਈ ਕੰਮ ਚੰਗੀ ਗੱਲ ਤਾਂ ਹੈ, ਪਰ ਚੰਗਾ ਤਾਂ ਸਰ ਸਪੋਰਟਸ ਤਾਂ 10 ਸਾਲ ਪਹਿਲਾਂ ਵੀ ਚੰਗਾ ਸੀ, ਸਪੋਰਟਸ ਤਾਂ ਸ਼ੁਰੂ ਤੋਂ ਸੀ। ਇਹ ਸਡਨਲੀ ਐਂ ਲੱਗਦਾ ਇਸ ਟਾਈਮ ਇਸੇ ਟਾਈਮ ਸ਼ੁਰੂ ਹੋਇਆ ਜੀ। ਨਹੀਂ ਇੱਦਾਂ ਦਾ ਦੇਖੋ ਮੇਰੀ ਉਹ ਚੀਜ਼ ਨੌਲੇਜ ਨਹੀਂ, ਜੇ ਉਹਨਾਂ ਨੇ ਵੀ ਕਰੇ ਤੇ ਮੈਂ ਤਾਂ ਉਹਨਾਂ ਨੂੰ ਥੈਂਕਸ ਮੈਂ ਕਹਿਣਾ ਚਾਹੂੰਗਾ। ਦੇਖੋ ਜੇ ਆਪਾਂ ਕਹੀਏ ਯੂਥ ਇਜ਼ ਦਾ ਅਹਿਮ ਪਾਵਰ ਫॉर ਦ ਨੇਸ਼ਨ, ਬੈਕਬੋਨ ਹੈ ਜੀ ਯੂਥ ਨੂੰ। ਜੇ ਆਪਾਂ ਯੂਥ ਨੂੰ ਪ੍ਰਮੋਟ ਨਹੀਂ ਕਰਾਂਗੇ ਤੇ ਆਪਾਂ ਕੀ ਹੋਰ ਕਰਾਂਗੇ। ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਯੂਥ ਦੀ ਜਿਹੜੀ ਕਮਾਨ ਉਹਨੂੰ ਚੰਗੀ ਤਰ੍ਹਾਂ ਅਸੀਂ ਪ੍ਰਮੋਟ ਕਰੀਏ। ਜੇ ਕੋਈ ਯੂਥ ਦੀ ਕੋਈ ਦਿੱਕਤ, ਕੋਈ ਪ੍ਰੋਬਲਮ ਹੈ, ਵੀ ਸ਼ੁੱਡ ਰਿਜ਼ੋਲਵ ਦੈਮ। ਤਾਂ ਹੀ ਅਸੀਂ ਸਾਡੇ ਬੋਰਡ ਦੇ ਵਿੱਚ ਸਾਡੀ ਈਮੇਲ ਹੈ ਜੀ chairmanyouthboardpb@gmail.com। ਕੋਈ ਯੂਥ ਨੂੰ ਕੋਈ ਦਿੱਕਤ ਹੁੰਦੀ ਹੈ ਸਾਨੂੰ ਈਮੇਲ ਕਰਦੇ ਆ। ਜਿਵੇਂ ਹੁਣ ਤੁਸੀਂ ਕਿਹਾ ਕਿ ਸੌਰੀ ਤੁਹਾਡੀ ਗੱਲ ਤੇ ਟੋਕ ਰਹੇ ਹਾਂ ਕਿ ਤੁਸੀਂ ਸਪੋਰਟਸ ਲਈ ਇੰਨਾ ਕੁਝ ਕਰ ਰਹੇ ਹੋ, ਤੁਸੀਂ ਤਾਂ ਕੋਸ਼ਿਸ਼ਾਂ ਸ਼ੁਰੂ ਕਰਤੀਆਂ, ਪਰ ਜਿਵੇਂ ਸਾਡਾ ਗੁਰੂ ਨਾਨਕ ਸਟੇਡੀਅਮ ਵੀ ਹੋ ਗਿਆ, ਆ ਇੰਡੋਰ ਸਟੇਡੀਅਮ ਤੇ ਤੁਹਾਡੇ ਆਫਿਸ ਦੇ ਨਾਲ ਹੈ, ਤੇ ਹੋਰ ਵੀ ਕਹਿੰਦੇ ਸਟੇਡੀਅਮ ਵਗੈਰਾ ਬਣਨੇ ਸ਼ੁਰੂ ਹੋ ਗਏ ਹੈ। ਗੇਮਸ ਤਾਂ ਹੋ ਨਹੀਂ ਰਹੀਆਂ, ਸਟੇਡੀਅਮ ਬਣਾਈ ਜਾ ਰਹੇ ਹਾਂ ਆਪਾਂ, ਤੇ ਇਹਦੇ ਤੇ ਤੁਸੀਂ ਕੀ ਇੱਦਾਂ ਦਾ ਕੀ ਉਪਰਾਲਾ ਕਰੋਗੇ? ਜਿਹੜਾ ਇੱਕ ਉਹ ਲੇਅਰ ਵੈਲੀ ਦੇ ਵਿੱਚ ਇੱਕ ਸਕੇਟਿੰਗਸ ਦਾ ਸਟੇਡੀਅਮ ਬਣਿਆ, ਤੁਸੀਂ ਇੱਕ ਵਾਰੀ ਉੱਥੇ ਵੀ ਵਿਜ਼ਿਟ ਜ਼ਰੂਰ ਕਰਿਓ, ਤੁਹਾਨੂੰ ਥੋੜ੍ਹਾ ਜਿਹਾ ਦੂਰਦਰਸ਼ਾ ਪਤਾ ਲੱਗੇਗੀ ਕਿ ਮਤਲਬ ਚੀਜ਼ਾਂ ਇਨਫਰਾਸਟ੍ਰਕਚਰ ਜ਼ਰੂਰ ਬਣਾ ਰਹੇ ਹੋ, ਪਰ ਉਹਦੀ ਸੰਭਾਲ ਵੀ ਤਾਂ ਕਰਨੀ ਪਏਗੀ ਨਾ। ਦੇਖੋ ਬਿਲਕੁਲ ਤੁਹਾਡੀ ਗੱਲ ਸਹੀ। ਪਿਛਲੇ ਦੇਖੋ ਕਰੋਨਾ ਚੱਲ ਰਿਹਾ ਸੀ, ਸਾਡਾ ਦੇਸ਼ ਪੂਰਾ ਵਰਲਡ ਹੀ ਮੇਰੇ ਖਿਆਲ ਉਹ ਕਰੋਨਾ ਮਹਾਮਾਰੀ ਤੋਂ ਚੱਲ ਰਿਹਾ ਸੀ। ਹੁਣ ਦੇਖੋ ਕਰੋਨਾ ਆਪਾਂ ਰਿਕਵਰ ਹੋ ਰਿਹਾ, ਸਾਰੇ ਸਹੀ ਹੋ ਰਿਹਾ। ਜ਼ਰੂਰ ਮੈਂ ਡਿਸਟ੍ਰਿਕਟ ਸਪੋਰਟਸ ਆਫਿਸਰ ਹੈ ਸਾਡੇ ਨਾ ਜ਼ਿਲ੍ਹੇ ਦੇ ਵਿੱਚ DSOs ਹੁੰਦੇ ਆ ਜੀ, AD ਹੁੰਦੇ, ਅਸਿਸਟੈਂਟ ਡਾਇਰੈਕਟਰ ਹੁੰਦੇ ਆ। ਤੇ ਮੈਂ ਮੇਰੇ ਖਿਆਲ ਲਾਸਟ ਵੀਕ ਮੈਂ DSO ਨਾਲ ਮੀਟਿੰਗ ਕੀਤੀ ਹੈ, DSO ਨਾਲ ਉਹਨਾਂ ਨੇ ਸਾਰੇ ਸਰਕਾਰੀ ਕੋਚ ਬੁਲਾਏ ਆ। ਮੈਂ ਆਪ ਖੁਦ ਜਾ ਕੇ ਮੈਂ ਸਟੇਡੀਅਮ ਗਿਆ, ਇੱਕ ਕੋਚ ਨੂੰ ਮੈਂ ਉੱਥੇ ਮਿਲਿਆ, ਸਰਕਾਰੀ ਕੋਚ ਨੂੰ, ਇੱਕ ਤੋਂ ਪੁੱਛਿਆ ਕਿ ਵੀ ਉਹ ਕੀ ਕਰ ਰਿਹਾ। ਮੈਨੂੰ ਇੱਕ ਨੇ ਆਪਣਾ ਅਪਡੇਟ ਦਿੱਤਾ, ਰਿਵਿਊ ਦਿੱਤਾ ਹੈ। ਉਹੀ ਅਸੀਂ ਰਿਵਿਊ ਉੱਤੇ ਅਸੀਂ ਆਪਣੇ CM ਸਾਹਿਬ ਨੂੰ ਭੇਜ ਰਹੇ ਹਾਂ, ਡਾਇਰੈਕਟਰ ਆਫ ਸਪੋਰਟਸ ਨਾਲ ਅਸੀਂ ਸਾਰੇ ਇਕੱਠੇ ਮਿਲ ਕੇ ਕੰਮ ਕਰ ਰਹੇ ਹਾਂ ਕਿ ਜਿੱਤੇ ਕੋਈ ਕਮੀ ਪੇਸ਼ੀ ਵੀ ਹੈ। ਦੇਖੋ ਹਰੇਕ ਚੀਜ਼ ਕੁਝ ਪ੍ਰੋਜ਼ ਐਂਡ ਕੌਨਸ ਹੁੰਦੇ ਆ, ਕੋਈ ਵੀ ਇਨਸਾਨ 100 ਚੋਂ 100 ਨਹੀਂ ਹੁੰਦਾ। ਮੇਰੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਪ੍ਰੋਜ਼ ਐਂਡ ਕੌਨਸ ਹੋ ਸਕਦੇ ਆ, ਪਰ ਜੋ ਸਾਨੂੰ ਕੋਈ ਕਮੀ ਪੇਸ਼ੀ ਪਤਾ ਚੱਲਦੀ ਹੈ ਅਸੀਂ ਉਹ ਰੈਕਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ। ਬਿਲਕੁਲ ਠੀਕ ਹੈ। ਤੇ ਆ ਸਾਰਿਆਂ ਦੇ ਵਿੱਚ ਇੱਕ ਚੀਜ਼ ਪੁੱਛਣਾ ਚਾਹਾਂਗੇ, ਤੁਸੀਂ ਕਹਿ ਰਹੇ ਹੋ ਪੰਜਾਬ ਸਰਕਾਰ, ਕੈਪਟਨ ਜੀ ਬਹੁਤ ਸੰਜੀਦਾ ਹੈ ਅਬਾਊਟ ਡਿਵੈਲਪਮੈਂਟ, ਔਰ ਯੂ ਆਰ ਆਲਸੋ ਚੇਅਰਮੈਨ ਆਫ ਪੰਜਾਬ ਯੂਥ ਡਿਵੈਲਪਮੈਂਟ ਬੋਰਡ। ਸਰ ਮੈਂ ਇੱਕ ਗੱਲ ਪੁੱਛਣਾ ਚਾਹਾਂਗੇ, ਯੂਥ ਤਾਂ ਸਾਡਾ ਸਾਰਾ ਫੋਰਨ ਨੂੰ ਭੱਜੀ ਜਾ ਰਿਹਾ, ਤੇ ਆਪਾਂ ਤੁਸੀਂ ਵੀ ਯੰਗ ਹੋ ਔਰ 37 ਹੋ, ਤੁਸੀਂ PR ਛੱਡ ਕੇ ਇੱਥੇ ਆਏ ਐਜ਼ ਪਰ ਜਿੱਥੇ ਤੱਕ ਮੇਰੀ ਨੌਲੇਜ ਹੈ, ਜੇ ਕੁਝ ਗਲਤ ਹੋਵੇ ਤਾਂ ਕਰੈਕਟ ਕਰ ਦਿਓ। ਤੇ ਯੂਥ ਫੋਰਨ ਭੱਜ ਰਿਹਾ, ਯੂਥ ਤਾਂ ਬਚਿਆ ਨਹੀਂ, ਫਿਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਕਰੇਗਾ ਕੀ? ਕਿੱਟਾਂ ਹੀ ਵੰਡੀ ਜਾਏਗਾ? ਨਹੀਂ, ਮੈਂ ਸਭ ਤੋਂ ਪਹਿਲੀ ਗੱਲ ਤੁਸੀਂ ਕਿਹਾ ਮੈਂ PR ਛੱਡ ਕੇ ਨਹੀਂ ਆਇਆ, ਮੇਰੀ ਜੌਬ ਸੀਗੀਆਂ, ਮੈਂ ਜੌਬ ਛੱਡ ਕੇ ਮੈਂ ਉਰੇ ਆ ਗਿਆ, ਆਈ ਸਟਾਰਟਡ ਵਰਕਿੰਗ ਹੇਅਰ। ਰਹੀ ਗੱਲ ਦੂਜੀ ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਤੁਸੀਂ ਕਿਹਾ ਕਿ ਸਪੋਰਟ ਕਿਟਸ, ਇਹ ਤਾਂ ਇੱਕ ਛੋਟਾ ਜਿਹਾ ਪ੍ਰੋਗਰਾਮ ਹੈ ਜੀ ਸਾਡੇ ਡਿਪਾਰਟਮੈਂਟ ਦਾ ਯੂਥ ਐਂਡ ਸਪੋਰਟ। ਜਿਹੜੇ ਪਿੱਛੇ ਸਮਾਰਟਫੋਨਸ ਵੀ ਵੰਡੇ ਗਏ ਹੈ, ਉਹ ਵੀ ਸਾਡੇ ਡਿਪਾਰਟਮੈਂਟ ਆਫ ਯੂਥ ਐਂਡ ਸਪੋਰਟਸ ਦਾ ਹੀ ਫਲੈਗਸ਼ਿਪ ਪ੍ਰੋਗਰਾਮ ਸੀਗਾ। ਜਿਹੜੇ ਕੁੜੀਆਂ ਨੂੰ +1 ਤੇ +2 ਦੀ ਕੁੜੀਆਂ ਨੂੰ ਸਮਾਰਟਫੋਨਸ ਦਿੱਤੇ ਗਏ ਹੈ, ਉਹ ਵੀ ਸਾਡੇ ਡਿਪਾਰਟਮੈਂਟ ਦਾ ਹੀ ਪ੍ਰੋਗਰਾਮ ਸੀਗਾ। ਔਰ ਰਹੀ ਗੱਲ ਤੁਸੀਂ ਤੀਸਰੀ ਗੱਲ ਕੀਤੀ ਬ੍ਰੇਨਸਟੌਰਮ ਦੀ, ਠੀਕ ਹੈ, ਕਿ ਬੱਚੇ ਬਾਹਰ ਜਾ ਰਹੇ। ਤੁਸੀਂ ਯਾਦ ਕਰੋ ਹੁਣ ਪਿੱਛੇ ਕਰੋਨਾ ਚੱਲ ਰਿਹਾ ਸੀਗਾ, ਪਹਿਲੇ ਜੌਬ ਫੇਅਰ ਸ਼ੁਰੂ ਹੋਏ ਸੀ, ਮੈਂ ਹੁਣ ਦੀ ਗੱਲ ਨਹੀਂ ਕਰ ਰਿਹਾ, 2 ਸਾਲ ਪਹਿਲੇ ਦੀ। ਹਰੇਕ ਡਿਸਟ੍ਰਿਕਟ ਦੇ ਵਿੱਚ ਜੌਬ ਫੇਅਰ ਲੱਗ ਰਹੇ ਸਨ, ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, 5-5 6-6 ਵਾਰੀ ਜੌਬ ਫੇਅਰਸ ਲੱਗੇ ਵੀ। ਕਰੋਨਾ ਪਿਛਲੇ ਸਾਲ ਆਇਆ, ਸਾਰਾ ਕੁਝ ਸਟਾਪ ਹੋ ਗਿਆ, ਹਾਲਟ ਤੇ ਹੋ ਗਿਆ। ਫਿਰ ਵੀ ਪਿਛਲੇ 3-4 ਮਹੀਨੇ ਤੁਸੀਂ ਦੇਖੋ ਵਰਚੁਅਲ ਜੌਬ ਫੇਅਰ ਚਾਲੂ ਹੋ ਗਏ। ਤਾਂ ਵਰਚੁਅਲ ਜੌਬ ਫੇਅਰਸ ਦਾ ਕੀ ਮੁੱਦਾ ਸੀਗਾ? ਵਰਚੁਅਲ ਕਰੋਨਾ ਚੱਲ ਰਿਹਾ, ਫਿਰ ਵੀ ਵਰਚੁਅਲ ਜੌਬ ਫੇਅਰ ਚਾਲੂ ਹੋ ਰਹੇ, ਤਾਂ ਕਿ ਜਿਹੜੇ ਬੱਚੇ ਛੋਟੀ ਭੈਣਾਂ, ਛੋਟੇ ਵੀਰ ਮੇਰੇ ਜਿਹੜੇ ਇੰਪਲੋਇਡ ਨਹੀਂ ਹੈ, ਜਿਨ੍ਹਾਂ ਨੂੰ ਕੋਈ ਕਾਉਂਸਲਿੰਗ ਚਾਹੀਦੀ ਹੈ, ਜੌਬਸ ਚਾਹੀਦੀ ਹੈ, ਤੇ ਉਹ ਵਰਚੁਅਲ ਤਾਂ ਕੀਤੇ ਕਿ ਉਹ ਸਹੀ ਨੌਲੇਜ ਉਹਨਾਂ ਤੱਕ ਪਹੁੰਚੇ, ਜਿਹੜੇ ਸਹੀ ਸਰਕਾਰ ਦੀ ਪਾਲਿਸੀਜ਼ ਉਹਨਾਂ ਨੂੰ ਪਹੁੰਚੇ, ਪਤਾ ਲੱਗੇ ਕਿ ਜੌਬਸ ਕਿਤੇ ਅਵੇਲੇਬਲ ਹੈ।
ਮਾਰਕੀਟ ਦੇ ਵਿੱਚ। ਸਰ ਮੈਂ ਇਹਦੇ ਤੇ ਤੁਹਾਨੂੰ ਸੌਰੀ ਕੱਟ ਰਿਹਾ, ਤੁਹਾਨੂੰ ਫੀਡਬੈਕ ਦੇ ਰਿਹਾ ਕਿਉਂਕਿ ਜਿਹੜੀ ਇੰਡਸਟਰੀ ਦੀ ਸਪੋਰਟ ਨਾਲ ਤੁਸੀਂ ਕਿੱਟਾਂ ਵੰਡੀਆਂ, ਜੇ ਤੁਸੀਂ ਖਾਲੀ ਉਹੀ ਇੰਡਸਟਰੀ ਨਾਲ ਬੈਠ ਕੇ ਮੰਥਨ ਕਰ ਲਓ ਤੇ ਉਹ ਇਹ ਕਹਿੰਦੇ ਆ, ਉਹਨਾਂ ਦਾ ਕਹਿਣਾ ਹੈ, ਮੈਂ ਵੀ ਉਹੀ ਇੰਡਸਟਰੀ ਦੇ ਕੋਲ ਬੈਠਦਾ ਕਿ ਜੌਬ ਫੇਅਰ ਸਿਰਫ ਇੱਕ ਫੇਸ ਆਈ ਵਾਸ਼ ਹੈ, ਉਹਦੇ ਵਿੱਚ ਹੁੰਦਾ ਕੁਝ ਨਹੀਂ। ਜਿਹੜੇ ਬੱਚੇ ਆਉਂਦੇ ਹੈ ਉਹ ਇੰਨੇ ਕੁ ਕੈਪੇਬਲ ਹੀ ਨਹੀਂ ਹੁੰਦੇ ਕਿ ਅਸੀਂ ਉਹਨਾਂ ਨੂੰ ਅਡਾਪਟ ਕਰ ਲਈਏ, ਔਰ ਜਦੋਂ ਅਸੀਂ ਕਰਨ ਜਾਂਦੇ ਹਾਂ ਤੇ ਉਹ ਮਤਲਬ ਖਾਨਾ ਪੂਰਤੀ ਹੁੰਦੀ, ਐਪਲੀਕੇਸ਼ਨਾਂ ਭਰਾ ਲਿੱਤੀਆਂ ਜਾਂਦੀਆਂ, ਉਹ ਆਵਾਜ਼ਾਂ ਮਾਰ ਥੱਕ ਜਾਂਦੇ ਆ ਜਾਓ, ਕਿਉਂਕਿ ਇੰਡਸਟਰੀ ਨੂੰ ਲੇਬਰ ਦੀ ਲੋੜ ਹੈ। ਤੁਸੀਂ ਵੀ ਦੇਖਿਆ ਟ੍ਰੇਨਾਂ ਚੱਲੀਆਂ, ਸਾਰੀ ਲੇਬਰ ਵਾਪਸ ਯੂਪੀ ਬਿਹਾਰ ਚਲੀ ਗਈ, ਅੱਛੇ ਲੈਵਲ ਦੇ ਵਰਕਰਸ ਚਲੇ ਗਏ, ਤੇ ਇੱਥੇ ਇੰਡਸਟਰੀ ਆਵਾਜ਼ਾਂ ਮਾਰ ਥੱਕ ਗਈ ਸਾਡੇ ਪਿੰਡਾਂ 'ਚ ਕਿ ਜੌਬ ਕਰ ਲਓ, ਜੌਬ ਆਏ ਨਹੀਂ। ਦੂਜੀ ਗੱਲ ਤੁਹਾਡੇ ਨੋਟਿਸ 'ਚ ਹੋਰ ਪਾ ਦਿੰਦਾ, ਜਦ ਦਾ ਇਹ ਥੋੜ੍ਹੀ ਜਿਹੀ ਪਿੱਛੇ 10-15 ਦਿਨ ਲਈ ਫਲਾਈਟਾਂ ਖੁੱਲ੍ਹੀਆਂ ਸੀ, ਤੁਸੀਂ ਖੁਦ ਮੇਰੇ ਤੋਂ ਜ਼ਿਆਦਾ ਵਿਜ਼ਨਰੀ ਵੀ ਹੋ ਇਸ ਸੀਟ 'ਤੇ, ਸਮਾਰਟ ਇਨਫ ਹੋ ਔਰ ਹਾਈਲੀ ਐਜੂਕੇਟਿਡ ਲੱਗ ਰਹੇ ਹੋ। ਸੋ ਦ ਥਿੰਗ ਇਜ਼ ਕਿ ਜਿਹੜੇ PR ਜਿਹੜੇ ਇਮੀਗ੍ਰੇਸ਼ਨ ਵਾਲੇ ਆਫਿਸਿਸ ਹੈ ਸਰ, ਉਹਨਾਂ ਦੇ ਵਿੱਚ ਪੰਜਾਬ ਦਾ ਯੂਥ ਅੱਗੇ ਤਾਂ ਸਿਰਫ ਸੀਗਾ ਪਿੰਡਾਂ ਦਾ, ਹੁਣ ਤਾਂ ਸ਼ਹਿਰੀ ਜਿਹੜੇ ਬਿਜ਼ਨਸਮੈਨ ਕਾਰਪੋਰੇਟ ਹਾਊਸਿਸ ਦੇ ਨਿਆਣੇ ਵੀ ਜਾ ਕੇ ਕਹਿੰਦੇ ਜੀ ਆਹ ਫੜੋ ਪੈਸੇ, ਸਾਨੂੰ ਬਸ ਬਾਹਰ ਭੇਜ ਦਿਓ, ਅਸੀਂ ਨਹੀਂ ਰਹਿਣਾ ਇੱਥੇ। ਮੈਂ ਤੁਹਾਨੂੰ ਦੇਖੋ, ਮੈਂ ਉਸੇ ਗੱਲ ਦਾ ਜਵਾਬ ਦੇ ਰਿਹਾ। ਪਤਾ ਕੀ ਗੱਲ ਹੈ ਜੀ, ਆਪਾਂ ਨੂੰ ਜੇ ਆਪਾਂ ਫਿਗਰਸ ਨਾਲ ਗੱਲ ਕਰੀਏ ਜੀ, ਮੈਂ ਤੁਹਾਨੂੰ ਜਿਹੜੀ ਗੱਲ ਕਰ ਰਿਹਾ, ਆਮ ਟਾਕਿੰਗ ਵਿਦ ਦ ਫਿਗਰਸ ਜੀ। ਤੁਸੀਂ ਲੁਧਿਆਣੇ ਦਾ ਡਾਟਾ ਕਰ ਲਓ, ਆਪਾਂ ਜੇ ਇੱਕ ਵੀ ਆਪਾਂ ਡਿਸਟ੍ਰਿਕਟ ਦੀ ਗੱਲ ਕਰੀਏ, ਜੇ ਇੱਥੇ ਤੱਕ ਹੁਣ ਤੱਕ 4 ਜਾਂ 5 ਲੱਗੇ ਆ, ਹਜ਼ਾਰਾਂ ਦੇ ਵਿੱਚ ਜੌਬ ਪ੍ਰੋਵਾਈਡ ਕੀਤੀਆਂ ਗਈਆਂ। ਸੈਕਿੰਡ ਕੁਐਸਚਨ ਤੁਹਾਡਾ ਸੀ ਕਿ ਉੱਥੇ ਬੱਚੇ ਕਿੱਦਾਂ ਦੇ ਆਉਂਦੇ। ਦੇਖੋ ਜਿਹੜਾ ਜੌਬ ਫੇਅਰ ਤੇ ਬੱਚੇ ਜਾਂਦੇ ਆ, ਬੱਚੇ ਤਾਂ ਬੱਚੇ ਹੀ ਹੁੰਦੇ ਆ ਨਾ ਜੀ, ਕੋਈ ਕੁਆਲੀਫਾਈਡ ਹੈ, ਕੋਈ ਕਿਸੇ ਨੂੰ ਦੇਖੋ ਜਿਸ ਤਰ੍ਹਾਂ ਦੀ ਵੀ ਜੌਬ ਆਉਂਦੀ ਹੈ, ਹਰੇਕ ਬੱਚਾ ਆਪਦੀ ਕਾਬਲੀਅਤ ਨਾਲ ਦੇਖਦਾ, ਪੜ੍ਹਾਈ ਨਾਲ ਦੇਖਦਾ। ਕੋਈ ਦੇਖੋ ਕਿਸੇ ਨੇ ਮੈਟ੍ਰਿਕ ਕੀਤੀ ਹੈ, ਕਿਸੇ ਨੇ +2 ਕੀਤੀ ਹੈ, ਕਿਸੇ ਨੇ ਗ੍ਰੈਜੂਏਸ਼ਨ ਕੀਤੀ ਹੈ, ਉਹਦੇ ਹਿਸਾਬ ਨਾਲ ਜੌਬ ਮਿਲਦੀ ਹੈ। ਮੈਂ ਹੁਣ ਬਹੁਤ ਸਾਰੇ, ਹੁਣ ਤੁਸੀਂ ਕਿਹਾ ਕਿ ਇੰਡਸਟਰੀਅਲਿਸਟ ਮਹਿਕਮੇ, ਸਾਡਾ ਇੱਕ ਸੀ ਉਪਰਾਲਾ, ਹੁਣ ਮੇਰਾ ਮਕਸਦ ਹੀ ਉਹੀ ਹੈ ਕਿ ਕਿਵੇਂ ਜਿਹੜੀਆਂ ਇੰਡਸਟਰੀਆਂ ਤੋਂ ਅਸੀਂ ਸਪੋਰਟ ਕਿਟਸ ਕਰਾਈਆਂ, ਕਿਉਂ ਨਾ ਅਸੀਂ ਉਹਨਾਂ ਨੂੰ ਇੱਕ ਹਫ਼ਤੇ ਇਕੱਠੇ ਕਰਕੇ ਅਸੀਂ ਇਹ ਕਹੀਏ ਕਿ ਯਾਰ ਤੁਸੀਂ ਸਾਨੂੰ ਜੌਬਸ ਦਿਓ। ਹੁਣ ਉਹੀ ਗੱਲ ਹੈ ਨਾ, ਮੈਨੂੰ ਲੱਗੇ ਨੂੰ ਸਾਲ ਹੋਇਆ, ਮੈਂ ਤਾਂ 8-10 ਚੀਜ਼ਾਂ 50 ਇੰਨੀਆਂ ਚੀਜ਼ਾਂ ਕਰ ਰਿਹਾ। ਆਈ ਵਿਸ਼ ਤੁਸੀਂ ਕੰਮ ਤਾਂ ਐਂ ਕਰ ਰਹੇ ਹੋ, ਐਂ ਲੱਗਦਾ ਜਦੋਂ ਤੁਹਾਡਾ ਕਾਫਲਾ ਜਾਂਦਾ ਕਿ ਲੁਧਿਆਣੇ ਦਾ CM ਜਾ ਰਿਹਾ। ਨਹੀਂ, ਇਹ ਬਿਲਕੁਲ ਸਾਡੇ CM ਸਾਹਿਬ ਆਨਰੇਬਲ ਚੀਫ ਮਿਨਿਸਟਰ ਸਾਹਿਬ ਹਨ, ਉਹਨਾਂ ਦੇ ਵਿਜ਼ਨ ਤੇ ਹੀ ਮੈਂ ਕਰ ਰਿਹਾ। ਜੇ ਉਹਨਾਂ ਦੀ ਕੋਈ ਸੋਚ ਹੈ, ਜੇ ਉਹਨਾਂ ਦਾ ਥਾਪੜਾ ਹੈ ਕਿ ਬਈ ਯੂਥ ਨੂੰ ਪ੍ਰੈਫਰੈਂਸ ਦਿੱਤੀ ਜਾਵੇ, ਯੂਥ ਨੂੰ ਪ੍ਰਮੋਟ ਕੀਤਾ ਜਾਵੇ, ਯੂਥ ਨੂੰ ਸਪੋਰਟਸ ਨੂੰ ਪ੍ਰਮੋਟ ਕੀਤਾ ਜਾਵੇ, ਇਹ ਉਹਨਾਂ ਦਾ ਵਿਜ਼ਨ ਹੈ ਤੇ ਮੈਂ ਉਹਨਾਂ ਦੇ ਵਿਜ਼ਨ ਤੇ ਹੀ ਮੈਂ ਕੰਮ ਮੈਂ ਕਰ ਰਿਹਾ। ਦੇਖੋ, ਔਰ ਕਿਉਂ ਨਾ ਆਉਣ ਵਾਲੇ ਜਿਹੜੇ ਉਪਰਾਲੇ ਸਾਡੇ ਇਹੀ ਹੈ ਕਿ ਯੂਥ ਨੂੰ ਅੱਗੇ ਹੋਰ ਜੌਬ ਫੇਅਰਸ ਲੱਗਣ। ਜਿਹੜਾ ਇੰਪਲੋਇਮੈਂਟ ਡਿਪਾਰਟਮੈਂਟ ਹੈ, ਉਹ ਡਿਪਾਰਟਮੈਂਟ ਬਾਹਰ ਜਾ ਰਿਹਾ ਸਰ, ਉਹਦੇ ਤੇ ਕੀ ਕਰ ਰਹੇ ਹੋ? ਇਹ ਤਾਂ ਤੁਸੀਂ ਮੰਨੋਗੇ, ਇਹ ਤਾਂ ਸਾਰੀ ਦੁਨੀਆ ਕਹਿ ਰਹੀ ਹੈ। ਦੇਖੋ ਸਾਡੀ ਗੱਲ ਪਤਾ ਕੀ ਹੈ, ਜੇ ਅਸੀਂ ਇੱਥੇ ਜੌਬਸ ਕ੍ਰੀਏਟ ਹੋ ਜਾਣ, ਆਪਾਂ ਕਿਸੇ ਨੂੰ ਫੋਰਸ ਤਾਂ ਕਰ ਨਹੀਂ ਸਕਦੇ, ਕਿਸੇ ਨੂੰ ਆਪਾਂ ਰੋਕ ਤਾਂ ਸਕਦੇ, ਤੁਸੀਂ ਵੀ ਨਹੀਂ ਰੋਕ ਸਕਦੇ, ਅਸੀਂ ਵੀ ਨਹੀਂ ਰੋਕ ਸਕਦੇ। ਪਰ ਹਾਂ, ਪਰ ਮੇਰੀ ਗੱਲ ਜੇ ਇੱਥੇ ਜੌਬਸ ਆਪਾਂ ਉਪਰਾਲੇ ਇੱਦਾਂ ਦੇ ਕਰ ਸਕਦੇ ਆ ਕਿ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ, ਤਾਂ ਕਿ ਜੇ ਉਹ ਬਾਹਰ ਸੋਚਦੇ ਕਿ ਜੌਬਸ ਲਈ ਜਾਂਦੇ ਆ, ਕਿ ਉਹਨਾਂ ਜੌਬਸ ਉਹ ਕ੍ਰੀਏਟ ਇੱਥੇ ਹੋ ਜਾਣ। ਤੇ ਹੁਣ ਉਹੀ ਚੀਜ਼ ਵੱਲ ਹੁਣ ਚੱਲ ਰਿਹਾ ਕਿ ਜੌਬਸ ਤੇ CM ਸਾਹਿਬ ਦੀ ਵੀ ਇਹੀ ਸੋਚ ਹੈ ਕਿ ਵੱਧ ਤੋਂ ਵੱਧ ਜੌਬਸ ਕ੍ਰੀਏਟ ਹੋਣ, ਯੂਥ ਬਾਹਰ ਘੱਟ ਜਾਵੇ, ਔਰ ਇੱਥੇ ਔਰ ਉਹੀ ਦਿਸ਼ਾ ਨਿਰਦੇਸ਼ ਤੇ ਅਸੀਂ ਵੀ ਸਾਰੇ ਕੰਮ ਕਰ ਰਹੇ ਹਾਂ ਜੀ। ਸਰ ਇੱਕ ਬਾਜ਼ਾਰ 'ਚ ਚਰਚਾ ਹੈ, ਮੈਂ ਨਹੀਂ ਕਹਿ ਰਿਹਾ, ਪਰ ਬਹੁਤ ਜ਼ਿਆਦਾ ਚਰਚਾ ਹੈ ਕਿ ਜਿਹੜੇ ਇਮੀਗ੍ਰੇਸ਼ਨ ਦੇ ਆਫਿਸਿਸ ਹੈ ਉਹ 40 CM ਸਾਹਿਬ ਦੀ ਜਾਂ ਉਹਨਾਂ ਦੇ ਸੱਜੇ ਖੱਬਿਆਂ ਦੀ ਸ਼ਹਿ 'ਤੇ ਰਹੇ ਹੈ ਤੇ ਉਹਨਾਂ ਦੇ ਹਿੱਸੇਦਾਰੀ ਹੈ। ਔਰ ਜਿੰਨੀ ਕੁ ਇਸ ਟਾਈਮ 'ਚ ਪੰਜਾਬ ਦੇ ਵਿੱਚ ਇਮੀਗ੍ਰੇਸ਼ਨ ਆਫਿਸ ਹੈਗੇ ਹੈ, ਤੁਸੀਂ ਖੁਦ ਡਾਟਾ ਕੱਢ ਲਿਓ, ਬਿਕੋਜ਼ ਤੁਸੀਂ ਡਾਟਿਆਂ 'ਤੇ ਗੱਲ ਕਰਦੇ ਹੋ, ਅਸੀਂ ਆਪ ਹੀ ਕਹਿੰਦੇ ਤੁਹਾਨੂੰ 2 ਮਿੰਟ 'ਚ ਮਿਲ ਜਾਣਾ, ਕਿਉਂਕਿ ਸਾਰੇ ਲਿਸਟਡ ਹੁੰਦੇ ਆ, ਸਾਰਾ ਕੁਝ ਹੁੰਦਾ। ਡਾਟਾ ਕੱਢ ਲਿਓ, ਜਿਸ ਤੇਜ਼ੀ ਨਾਲ ਇਸ ਟਾਈਮ ਲੱਗੇ ਹੋਏ ਆ, ਐਂ ਲੱਗ ਰਿਹਾ ਕਿ ਆਉਣ ਵਾਲੇ ਸਾਲ ਮਗਰੋਂ ਜਿਸ ਦਿਨ ਫਲਾਈਟਾਂ ਪੂਰੀਆਂ ਖੁੱਲ੍ਹਣੀਆਂ, ਸਾਰਾ ਪੰਜਾਬ ਲੱਭਣਾ ਹੀ ਕੈਨੇਡਾ 'ਚ। ਨਹੀਂ ਦੇਖੋ, ਸਭ ਤੋਂ ਪਹਿਲੀ ਤੁਹਾਡੀ ਗਲਤ ਗੱਲ ਹੈ, ਤੁਸੀਂ CM ਸਾਹਿਬ ਦੇਖੋ ਜਾਂ ਤਾਂ ਤੁਸੀਂ ਰਿਕਾਰਡ ਨਹੀਂ, ਇਹ ਸਾਰੀ ਉਹ ਪਤਾ ਕੀ ਗੱਲ ਹੈ, ਅਫਵਾਹਾਂ ਬਹੁਤ ਸਾਰੀਆਂ ਹੁੰਦੀਆਂ ਜੀ, ਤਾਂ ਹੀ ਤੁਹਾਡੇ ਤੋਂ ਕਲੈਰੀਫਾਈ ਕਰਨਾ ਤਾਂ ਕਿ ਜਨਤਾ ਨੂੰ ਲੋਕ ਬਹੁਤ ਕੁਝ ਗੱਲਾਂ ਕਰਦੇ ਆ, ਲੋਕ ਮੇਰੇ ਨਾਲ ਬਹੁਤ ਕੁਝ ਗੱਲਾਂ ਕਰਨਗੇ। ਇੱਦਾਂ ਦੀ ਕੋਈ ਵੀ ਗੱਲ ਨਹੀਂ ਹੈ। CM ਸਾਹਿਬ ਬਹੁਤ ਕਮਿਟਡ ਹੈ ਫॉर द ਡਿਵੈਲਪਮੈਂਟ ਐਂਡ ਦ ਵੈਲਫੇਅਰ ਆਫ ਦ ਯੂਥ। ਉਹਨਾਂ ਦਾ ਵਿਜ਼ਨ ਹੈ। ਜੇ ਤੁਹਾਨੂੰ ਲੱਗ ਰਿਹਾ ਕਿ ਮੈਂ ਕੰਮ ਕਰ ਰਿਹਾ, ਜੇ ਸਾਡਾ ਕੋਈ ਡਿਪਾਰਟਮੈਂਟ ਕੰਮ ਕਰ ਰਿਹਾ, ਤੁਸੀਂ ਸੋਚੋ ਕਿ ਮੇਰੇ ਬੌਸ ਕੌਣ ਹੈ, ਮੈਂ ਕਿਹਨਾਂ ਦੇ ਵਿਜ਼ਨ ਤੇ ਕੰਮ ਕਰ ਰਿਹਾ। ਜੇ ਮੇਰੇ ਬੌਸ ਕੁਝ ਚੰਗਾ ਸਿਖਾ ਰਿਹਾ ਮੈਨੂੰ, ਜੇ ਉਹਨਾਂ ਦਾ ਵਿਜ਼ਨ ਹੈ, ਮੈਂ ਤਾਂ ਹੀ ਮੈਂ ਕੰਮ ਕਰ ਰਿਹਾ। ਮੈਂ ਤੁਹਾਡੀ ਗੱਲ ਲੈ ਕੇ ਚੱਲਿਆ, ਤੁਸੀਂ ਮੈਨੂੰ ਇੰਟਰਵਿਊ ਦੇ ਵੇਲੇ ਵੀ ਕਿਹਾ ਕਿ ਤੁਹਾਡਾ ਬੋਰਡ ਬਹੁਤ ਸੋਹਣਾ ਕੰਮ ਕਰ ਰਿਹਾ। ਤੁਸੀਂ ਪਹਿਲੇ ਨਾਮ ਨਹੀਂ ਸੁਣਿਆ ਸੀ, ਮੈਂ ਤੁਹਾਡੇ ਮੂੰਹ ਸੁਣਿਆ, ਔਰ ਤੁਸੀਂ ਕਿਹਾ ਜੀ ਵੀ ਸਾਲ ਵਿੱਚ ਅਸੀਂ ਇੰਨੇ ਸਾਰੇ ਕੰਮ ਕਰਤੇ। ਚਲੋ ਮੈਂ ਇਸ ਗੱਲ ਦਾ ਤੁਹਾਨੂੰ ਥੈਂਕਸ ਕਹਿਣਾ ਕਿ ਤੁਸੀਂ ਸਾਨੂੰ ਇੰਨੇ ਚੰਗੇ ਕੰਪਲੀਮੈਂਟ ਦਿੱਤੇ, ਪਰ ਮੈਂ ਕਹਿਣਾ ਚਾਹੁੰਦਾ ਸਾਡੇ ਪਿੱਛੇ ਸ਼ਕਤੀ ਕਿੰਦੀ ਹੈ,
ਸਾਡੇ ਪਿੱਛੇ ਸੋਚ ਕਿਹਦੀ ਹੈ? ਸਾਡੇ ਪਿੱਛੇ ਸੋਚ, ਸਾਡੇ ਪਿੱਛੇ ਵਿਜ਼ਨ ਉਹ ਹੈ ਆਨਰੇਬਲ ਸਾਡੇ ਸੀਐਮ ਸਾਹਿਬ ਦਾ। ਉਹਨਾਂ ਦੇ ਵਿਜ਼ਨ ਤੇ ਅਸੀਂ ਕੰਮ ਕਰ ਰਹੇ ਹਾਂ। ਔਰ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਜੌਬਸ, ਬਿਲਕੁਲ ਜੀ, ਆਉਣ ਵਾਲੇ ਟਾਈਮਸ ਦੇ ਵਿੱਚ ਹੋਰ ਜੌਬ ਫੇਅਰਸ ਲੱਗਣਗੇ, ਹੋਰ ਜੌਬ ਕ੍ਰੀਏਟ ਕੀਤੀਆਂ ਜਾਣਗੀਆਂ ਤਾਂ ਕਿ ਯੂਥ ਨੂੰ ਵੱਧ ਤੋਂ ਵੱਧ ਜੌਬਸ ਮਿਲਣ। ਜਿਹੜਾ ਕਰੋਨਾ ਦੇ ਵਿੱਚ ਦੇਖੋ ਉਹ ਹਾਲਟ, ਆਪਾਂ ਸਾਰਾ ਕੁਝ ਹਾਲਟ ਹੋ ਗਿਆ, ਐਵਰੀਥਿੰਗ ਵਾਸ ਐਟ ਹੋਲਡ। 8-9 ਮਹੀਨੇ ਸਾਰਾ ਕੁਝ ਕੰਮ ਰੁਕ ਗਿਆ ਸੀਗਾ। ਹੁਣ ਦੇਖੋ ਉਹ ਚੀਜ਼ ਰੈਕਟੀਫਾਈ, ਹੁਣ ਆਪਾਂ ਸੁਣਿਆ ਸੀ ਜਿਹੜੀ ਸੈਕਿੰਡ ਵੇਵ ਹੈ ਉਹ ਆ ਰਹੀ ਹੈ, ਫਿਰ ਬਹੁਤ ਕੁਝ ਹਾਲਟ ਤੇ ਹੋ ਗਿਆ। ਹੁਣ ਦੇਖੋ ਉਹ ਵੀ ਹੌਲੀ ਹੌਲੀ ਸੈਕਿੰਡ ਵੇਵ ਜਾਣਾ ਚਾਲੂ ਹੋ ਰਹੀ ਹੈ। ਤੇ ਅਸੀਂ ਬਿਲਕੁਲ ਜੀ, ਨਵਾਂ ਸਾਲ ਆ ਰਿਹਾ, ਇੱਕ ਨਵੀਂ ਬਿਗਨਿੰਗ ਹੈ। ਮੈਂ ਪ੍ਰੇ ਕਰੂੰਗਾ ਜਿਹੜੇ ਤੁਹਾਡੇ ਵਿਊਅਰਸ ਵੀ ਵਾਚ ਕਰ ਰਹੇ ਆ ਕਿ ਉਹਨਾਂ ਨੂੰ ਵੀ ਰੱਬ ਬੈਸਟ ਆਫ ਹੈਪੀਨੈਸ, ਬੈਸਟ ਆਫ ਹੈਲਥ ਮਿਲੇ, ਤਾਂ ਕਿ ਅਗਲੇ ਸਾਲ ਦੇ ਵਿੱਚ ਸਰਕਾਰਾਂ ਹੋਰ ਕੰਮ ਕਰਕੇ ਦਿਖਾਣ, ਸਾਡਾ ਹੋਰ ਇਸ ਤੋਂ ਹੋਰ ਵਧੀਆ ਕੰਮ ਕਰਕੇ ਦਿਖਾਵੇ। ਇਹ ਤਾਂ ਸਾਡੇ ਛੋਟੇ ਜਿਹੇ 2-4 ਪ੍ਰੋਗਰਾਮ ਹੈ, ਅਸੀਂ ਤਾਂ ਸਾਡੇ ਹੋਰ ਬਹੁਤ ਜਿਹੜੇ ਕਰੋਨਾ ਦੇ ਕਾਰਨ ਅਸੀਂ ਉਹ ਚੀਜ਼ ਇਨਵੋਲਵ ਨਹੀਂ ਹੋ ਪਾਇਆ ਸੀ। ਸਰ ਬਹੁਤ ਅੱਛਾ ਲੱਗਿਆ ਤੁਹਾਡਾ ਵਿਜ਼ਨ ਸੁਣ ਕੇ। ਹੁਣ ਇੱਕ ਗੱਲ ਦੱਸੋ ਕਿ ਇਹ ਖਾਲੀ ਜਿਹੜਾ ਤੁਹਾਡਾ ਵਿਜ਼ਨ ਹੈ ਤੁਹਾਡੇ ਬੋਰਡ ਤੱਕ ਹੀ ਸੀਮਿਤ ਹੈ, ਜਾਂ ਤੁਸੀਂ ਵੀ ਸ਼ਹਿਰਦਾਰ ਹੋ, ਲੁਧਿਆਣਾ ਸ਼ਹਿਰ 'ਚ ਵਸਦੇ ਹੋ, ਔਰ ਜਿਹੜੇ ਇਲਾਕੇ 'ਚ ਤੁਸੀਂ ਬੈਠੇ ਹੋ, ਅਗਲਾ ਸਾਲ ਇਲੈਕਸ਼ਨ ਈਅਰ ਹੈਗਾ, ਸ਼ਾਇਦ ਉਹਦੇ ਨਾਮ 'ਤੇ ਧੜਾ ਧੜ ਡਿਵੈਲਪਮੈਂਟ ਦੇ ਨਾਮ 'ਤੇ ਤੁਸੀਂ ਇਸ ਪੂਰੇ ਇਲਾਕੇ ਦਾ, ਵੈਸਟ ਜ਼ੋਨ ਦਾ ਬਾਈਪਾਸ ਸਰਜਰੀ ਕਰਤੀ ਤੇ ਇਹ ਦੇਖਿਆ ਨਹੀਂ, ਤਿੰਨੋਂ ਲਾਈਫਲਾਈਨ ਰੋਕਤੀਆਂ, ਐਂਟਰੀ ਪੁਆਇੰਟ। ਤੁਸੀਂ ਵੀ ਸ਼ਾਇਦ ਤੁਹਾਡੇ ਤਾਂ ਚਲੋ ਗੱਡੀ ਦੇ ਅੱਗੇ ਹੂਟਰ ਲੱਗਾ, ਫਟਾਫਟ ਲੰਘ ਜਾਂਦੇ ਹੋਗੇ, ਪਰ ਜੇ ਅੱਗੇ ਟ੍ਰੈਫਿਕ ਹੀ ਹੋਊਗਾ ਤਾਂ ਉਹ ਹੂਟਰ ਵੀ ਕਿੱਦਾਂ ਲੰਘਦਾ ਹੋਣਾ। ਦੇਖੋ ਹੀਰੋ ਬੇਕਰੀ ਚੌਂਕ ਤੁਸੀਂ ਬੰਦ ਕਰਤਾ, BRS ਨਗਰ ਚੌਂਕ ਤੁਸੀਂ ਬੰਦ ਕਰਤਾ, ਫਿਰੋਜ਼ਪੁਰ ਰੋਡ ਤੁਸੀਂ ਬੰਦ ਕਰਤਾ। ਬੰਦੇ ਨੇ ਆਉਣਾ ਹੋਵੇ, ਬੰਦਾ ਕ੍ਰਿਸਮਸ ਲੋਕੀ 2-2 ਘੰਟੇ ਲੇਟ ਪਹੁੰਚੇ ਆਪਣੇ ਘਰਾਂ 'ਚ, ਔਰ ਤੁਸੀਂ ਸੋਚਦੇ ਹੋ ਕਿ ਜਦੋਂ ਬੰਦਾ ਟ੍ਰੈਫਿਕ 'ਚ ਫਸਦਾ ਤਾਂ ਕੀ ਮਨ ਨਾਲ ਕੀ ਕਿੱਦਾਂ ਦੇ ਮਤਲਬ ਕਿੱਦਾਂ ਕੋਸਦਾ ਹੋਏਗਾ। ਹੁਣ ਠੀਕ ਹੈ, ਤੁਸੀਂ ਲੋਕੀ ਲੀਡਰ ਹੋ, ਰਿਸਪੈਕਟਡ ਹੋ, ਡੈਸੀਗਨੇਸ਼ਨ ਦੀ ਇੱਕ ਰਿਸਪੈਕਟ ਹੁੰਦੀ, ਲੋਕੀ ਤੁਹਾਡੇ ਮੂੰਹ 'ਤੇ ਨਹੀਂ ਕਹਿ ਸਕਦੇ, ਪਰ ਸਾਨੂੰ ਬਹੁਤ ਫੋਨ ਆਉਂਦੇ ਕਿ ਤੁਸੀਂ ਗੱਲਾਂ ਤਾਂ ਕਰੋ ਜੀ। ਮੈਂ ਤੁਹਾਡੇ 2 ਮੁੱਦੇ ਤੁਸੀਂ ਮੈਨੂੰ ਕਿਹਾ ਕਿ ਦ ਫਸਟ ਵਨ ਇਜ਼ ਟ੍ਰੈਫਿਕ ਦਾ ਮੁੱਦਾ। ਸੈਕਿੰਡ ਤੁਸੀਂ ਕਹਿ ਰਹੇ ਹੋ ਕਿ ਚਲੋ ਇਹ ਕੰਮਕਾਰ ਚੱਲ ਰਿਹਾ, ਫਿਰੋਜ਼ਪੁਰ ਰੋਡ ਤੇ ਕੋਈ ਡਿਵੈਲਪਮੈਂਟ ਪ੍ਰੋਜੈਕਟ ਚੱਲ ਰਿਹਾ, ਸੇਮ ਡਿਵੈਲਪਮੈਂਟ ਪ੍ਰੋਜੈਕਟ। ਮੈਂ ਸਮਝ ਗਿਆ, ਚਲੋ ਮੈਂ ਇਸ ਗੱਲ ਨੂੰ ਐਗਰੀ ਕਰਦਾ। ਜੇ ਟ੍ਰੈਫਿਕ ਜ਼ਿਆਦਾ, ਮੈਂ ਇੱਥੇ ਜੇ ਲੱਗਦਾ ਕਿ ਲੋਕਾਂ ਨੂੰ ਜ਼ਿਆਦਾ, ਮੈਂ ਸੋਚਦਾ ਕਿ ਚਲੋ ਜਦ ਕੋਈ ਡਿਵੈਲਪਮੈਂਟ ਕੋਈ ਪ੍ਰੋਜੈਕਟ ਚਾਲੂ ਹੁੰਦਾ, ਓਬਵੀਅਸਲੀ ਉਹ ਰੋਡਸ ਨੂੰ ਬੰਦ ਕਰਨਾ ਪੈਂਦਾ, ਰੋਡਾਂ ਪੱਟਣੀਆਂ ਪੈਂਦੀਆਂ, ਸੀਵਰੇਜ ਪੈਂਦੇ ਆ, ਬਹੁਤ ਕੁਝ ਹੁੰਦਾ ਜੀ। ਉਹ ਇਨਕਨਵੀਨੀਅੰਸ ਫॉर ਦਾ ਟਾਈਮ ਬੀਇੰਗ ਹੁੰਦੀ ਹੈ, ਪਰ ਹੋ ਸਕਦਾ ਕਿ ਉਹ ਚੀਜ਼ ਐਕਸਟੈਂਡ ਕੀਤੀ ਜਾ ਸਕਦੀ ਹੈ। ਅਸੀਂ ਉਹ ਕਹਿੰਦੇ ਵਾਰੀ ਸਿਰ ਕੀਤੀ ਜਾ ਸਕਦੀ ਸੀ, ਉਹਨੂੰ ਪਲਾਨ ਕਰਤਾ ਜਾ ਸਕਦਾ ਸੀ। ਜ਼ਰੂਰ ਇੱਥੇ ਜਿਹੜੇ ਬੋਰਡ ਹੀ ਪਲੈਨਿੰਗ ਬੋਰਡ ਹੈ, ਨਹੀਂ ਜਿਹੜਾ ਇੱਥੇ ਕਾਰਪੋਰੇਸ਼ਨ ਯਾਨੀ ਕਮਿਸ਼ਨਰ ਸਾਹਿਬ ਹੈ, ਮੈਂ ਉਹਨਾਂ ਨਾਲ ਜ਼ਰੂਰ ਇਹ ਮੈਟਰ ਟੇਕ ਅਪ ਕਰੂੰਗਾ ਕਿ ਜੇ ਕੋਈ ਪ੍ਰੋਜੈਕਟ ਚੱਲ ਵੀ ਰਿਹਾ ਉਹਨੂੰ ਟਾਈਮ ਬਾਉਂਡ ਬਣਾਇਆ ਜਾਵੇ। ਦੈਟ ਸ਼ੁੱਡ ਬੀ ਟਾਈਮ ਬਾਉਂਡ ਕਿ ਇੰਨੇ ਟਾਈਮ ਦੇ ਵਿੱਚ ਫਿਨਿਸ਼ ਕੀਤੇ ਜਾਣ, ਔਰ ਇੱਕੋ ਟਾਈਮ ਤੇ ਸਾਰਾ ਕੁਝ ਸਟਕ ਨਾ ਕੀਤਾ ਜਾਵੇ ਕਿ ਇਟ ਸ਼ੁੱਡ ਬੀ ਕੋਈ ਆਪਰੇਸ਼ਨਲ ਕੋਈ ਇੱਕ ਆਲਟਰਨੇਟਿਵ ਵੇ ਆਊਟ ਕੱਢ ਕੇ ਦੂਜੇ ਨੂੰ ਫਿਰ ਬੰਦ ਕੀਤਾ ਜਾਵੇ। ਔਰ ਸੈਕਿੰਡ ਥਿੰਗ ਰਹੀ ਟ੍ਰੈਫਿਕ ਦੀ, ਮੈਂ CP ਸਾਹਿਬ ਨਾਲ ਜ਼ਰੂਰ ਕਰੂੰਗਾ ਡਿਸਕਸ ਕਿ ਜਿਹੜੇ ਜਿੱਤੇ ਆਪਣਾ ਟ੍ਰੈਫਿਕ ਦੀ ਸਮੱਸਿਆ ਆ ਰਹੀ, ਜਿੱਤੇ ਮਲਕੀ ਡਿਵੈਲਪਮੈਂਟ ਦੇ ਪ੍ਰੋਜੈਕਟਸ ਚੱਲ ਰਹੇ ਹਨ, ਉੱਥੇ ਕੁਝ ਟ੍ਰੈਫਿਕ ਤੇ ਮਾਰਸ਼ਲਸ ਜਾਂ ਟ੍ਰੈਫਿਕ ਗਾਈਜ਼ ਉਹਨਾਂ ਨੂੰ, ਟ੍ਰੈਫਿਕ ਪੀਪਲ ਨੂੰ ਡਿਪਲੋਏ ਕੀਤਾ ਜਾਵੇ ਤਾਂ ਕਿ ਜਿਹੜੀ ਲੋਕਾਂ ਨੂੰ ਇਨਕਨਵੀਨੀਅੰਸ ਟ੍ਰੈਫਿਕ ਦੀ ਆ ਰਹੀ ਹੈ ਡਿਊ ਟੂ ਦਾ ਸੀਜ਼ਨ, ਜਿਹੜਾ ਫੈਸਟਿਵ ਸੀਜ਼ਨ ਚੱਲ ਰਿਹਾ, ਜਾਂ ਉਹ ਆਵੇਂ ਨਾ ਆਵੇ, ਉਹ ਘੱਟ ਤੋਂ ਘੱਟ ਆਵੇ। ਔਰ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਉਹ ਫਾਸਟ ਟਰੈਕ ਤੇ ਕੀਤੇ ਜਾਣ। ਮੈਂ ਆਈ ਆਲਸੋ ਬਲੀਵ ਇਨ ਦੈਟ ਕਿ ਵੀ ਉਹ ਫਾਸਟ ਟਰੈਕ ਤੇ ਹੋਣ ਐਂਡ ਦੇयर ਸ਼ੁੱਡ ਬੀ ਟਾਈਮ ਬਾਉਂਡ। ਇਹ ਗੱਲ ਨੂੰ ਮੈਂ ਜ਼ਰੂਰ ਟੇਕ ਅਪ ਕਰੂੰਗਾ ਕਿ ਇਹ ਦੇਖਦੇ ਹਾਂ ਕਿ ਕਿਹੜੇ ਇੱਥੇ ਸਾਡੇ। ਤੁਸੀਂ ਫਿਰ ਕਾਰਪੋਰੇਸ਼ਨ ਤੱਕ ਗੱਲ ਪਹੁੰਚਾਓਗੇ ਤਾਂ ਇੱਕ ਇਹ ਵੀ ਜ਼ਰੂਰ ਰੱਖਿਓ, ਜੋ ਜਨਤਾ ਦੀ ਡਿਮਾਂਡ ਹੈ ਇਸ ਟਾਈਮ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਕਰਪਸ਼ਨ ਲੈਵਲ ਬਹੁਤ ਹਾਈ ਲੈਵਲ 'ਤੇ ਹੈ, ਔਰ ਸਾਰਾ ਕਰਪਸ਼ਨ ਕਾਰਪੋਰੇਸ਼ਨ ਲੈਵਲ 'ਤੇ ਹੈ। ਲੋਕਾਂ ਨੇ ਤਾਂ ਉਹਦਾ ਨਾਮ ਹੀ ਕਰ ਕਰਪਸ਼ਨ ਰੱਖਤਾ, ਕਾਰਪੋਰੇਸ਼ਨ ਨਹੀਂ ਕਰ ਕਰਪਸ਼ਨ ਰੱਖਤਾ। ਬੰਦਾ ਕਹਿੰਦਾ ਇੱਥੇ ਤਾਂ ਕੰਮ ਹੋ ਹੀ ਨਹੀਂ ਸਕਦਾ। ਈਵਨ ਅਸੀਂ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਨੂੰ ਵੀ 2-3 ਵਾਰੀ ਪੁੱਛਿਆ ਤਾਂ ਉਹ ਵੀ ਕਹਿੰਦੇ ਕਿ ਯਾਰ ਇੱਥੇ ਤਾਂ ਮਤਲਬ ਕਰਪਸ਼ਨ ਦਾ ਲੈਵਲ ਇੰਨਾ ਵੱਧ ਚੁੱਕਾ ਹੈ ਕਿ ਬਸ ਅਸੀਂ ਇਹੀ ਸੋਚ ਕੇ ਬਹਿ ਜਾਈਏ ਕਿ ਯਾਰ ਕਰਪਸ਼ਨ ਤਾਂ ਬਹੁਤ ਹੋ ਚੁੱਕੀ ਹੈ, ਨਹੀਂ ਜੀ ਪੈਸੇ ਤਾਂ ਦੇਣੇ ਹੀ ਪੈਣੇ ਆ, ਕੰਮ ਹੋਣਾ ਹੀ ਪੈਣਾ। ਕਿ ਇੱਥੇ ਵੀ ਕੋਈ ਭਗਤ ਸਿੰਘ ਆਊਗਾ, ਤੁਹਾਡੇ ਵਰਗਾ ਕੋਈ ਵਿਜ਼ਨਰੀ ਆਊਗਾ ਜਿਹੜਾ ਇਸ ਸਿਸਟਮ ਨੂੰ ਕਿਉਰ ਕਰ ਸਕੇ? ਨਹੀਂ ਜੀ, ਜਿਹੜੀ ਤੁਸੀਂ ਕਰਪਸ਼ਨ ਦੀ ਗੱਲ ਕਹੀ, ਮੇਰੀ ਦੇਖੋ ਨੌਲੇਜ ਤਾਂ ਹਜੇ ਤੱਕ ਕੁਛ ਹੈ ਨਹੀਂ, ਔਨ ਦਾ ਪੇਪਰਸ ਕੁਛ ਨਹੀਂ ਆਇਆ। ਜੇ ਕਦੀ ਕੁਛ ਇੱਦਾਂ ਦਾ ਕੋਈ ਕਿਸੇ ਦਾ ਕੰਮ ਅੜਦਾ ਹੈ, ਜੇ ਕੋਈ ਆਫਿਸਰ ਕੋਈ ਇੱਦਾਂ ਦਾ ਕੋਈ ਹੈ, ਤੁਸੀਂ ਜ਼ਰੂਰ ਸਾਨੂੰ ਕੰਪਲੇਂਟ ਦਿਓ। ਮੈਂ ਆਈ ਵਿਲ ਟੇਕ ਅਪ ਵਿਦ, ਮੈਂ ਆਨਰੇਬਲ CM ਸਾਹਿਬ ਨਾਲ ਮੈਂ ਟੇਕ ਅਪ ਕਰੂੰਗਾ। ਸਾਡਾ ਵਿਜੀਲੈਂਸ ਡਿਪਾਰਟਮੈਂਟ ਹੈ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਜੇ ਕੋਈ ਸਾਨੂੰ ਕਿਸੇ ਦੀ ਕੋਈ ਕੰਪਲੇਂਟ ਆਵੇ, ਮੈਂ ਮੰਨ ਸਕਦਾ ਕਿ ਦੇਖੋ ਕਿਤੇ ਨਾ ਕਿਤੇ ਚੰਗੇ ਵੀ ਹੁੰਦੇ ਔਰ ਕਿਤੇ ਨਾ ਕਿਤੇ ਮਾੜੇ ਵੀ ਹੁੰਦੇ ਹੈਗੇ। ਕਿਸੇ ਇੱਕ ਜਾਂ ਦੋ ਇਨਸਾਨਾਂ ਆਪਾਂ ਸਾਰਿਆਂ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ। ਤੇ ਜੇ ਕੋਈ ਤੁਹਾਡੀ ਨੌਲੇਜ 'ਚ ਇੱਦਾਂ ਦਾ ਕੁਛ ਹੈ ਕਿ ਕੋਈ ਅਫਸਰ ਜਾਂ ਕੁਛ ਇੱਦਾਂ ਦਾ ਕਰ ਰਿਹਾ ਜਾਂ ਕਿਸੇ ਨੇ ਇਸ ਚੀਜ਼ ਨੂੰ ਭੁਗਤਿਆ,
ਤੇ ਜ਼ਰੂਰ ਤੁਸੀਂ ਸਾਨੂੰ ਰਿਟਨ ਦੇ ਵਿੱਚ ਦਿਓ। ਮੈਂ ਉਹ ਚੀਜ਼ ਨੂੰ ਮੈਂ ਟੇਕ ਅਪ ਕਰੂੰਗਾ ਔਰ ਇਟ ਸ਼ੁਡਨਟ ਬੀ ਲਾਈਕ ਦੈਟ। ਮੇਰੀ ਸਗੋਂ ਆਪਦੀ ਇਹ ਸੋਚ ਹੈ ਕਿ ਜਿਹੜੇ ਲੋਕਾਂ ਦੀ ਸੁਵਿਧਾ ਦੇ ਜਿਹੜੇ ਕੰਮ ਹੈ ਉਹ ਪ੍ਰਾਇੋਰਟੀ ਸੇਕ ਤੇ ਹੋਣੇ ਚਾਹੀਦੇ ਔਰ ਇਹ ਚੀਜ਼ਾਂ ਇਨਵੋਲਵ ਨਹੀਂ ਹੋਣੀ ਚਾਹੀਦੀਆਂ। ਜੇ ਕੋਈ ਅਫਸਰ ਵੀ ਬੈਠੇ ਆ ਉਹ ਲੋਕਾਂ ਦੀ ਭਲਾਈ ਲਈ ਬੈਠੇ, ਉਹ ਲੋਕਾਂ ਦੇ ਕੰਮ ਕਰਨ ਲਈ ਬੈਠੇ ਹੈਗੇ। ਸਰ ਉੱਥੇ ਤਾਂ ਕਿਹਾ ਜਾ ਰਿਹਾ ਕਿ ਆਰਟੀਆਈ ਐਕਟਿਵਿਸਟ ਵੀ ਤੁਹਾਡਾ, ਜਿਹੜਾ ਚੇਅਰਮੈਨ ਵੀ ਤੁਹਾਡਾ, ਕੁਝ ਤਥਾਕਥਿਤ ਬੰਦੇ ਵੀ ਹੋਰ ਵੀ ਤੁਹਾਡੇ, ਤੇ ਉਸ ਤੋਂ ਬਾਅਦ ਅੰਦਰ ਅਫਸਰ ਵੀ ਤੁਹਾਡੇ, ਉਹ ਸਾਰਾ ਨੈਕਸਸ ਹੀ ਇੰਨਾ ਜ਼ਬਰਦਸਤ ਹੈ ਕਿ ਪਹਿਲਾਂ ਬੰਦੇ ਨੂੰ ਕਹਿ ਦਿੱਤਾ ਜਾਂਦਾ, ਸ਼ਾਬਾਸ਼ੀ ਦੇ ਦਿੱਤੀ ਜਾਂਦੀ, ਥਾਪੀ ਦੇ ਦਿੱਤੀ ਜਾਂਦੀ, ਵਿੱਚ ਫਸਾ ਦਿੱਤਾ ਜਾਂਦਾ ਔਰ ਫਿਰ ਜਿਹੜਾ ਹੈਗਾ ਬਿਲਡਿੰਗਾਂ ਨੂੰ ਟੁੱਟੇ ਹੋਏ ਰੇਟਾਂ ਤੇ ਖਰੀਦ ਲਿੱਤਾ ਜਾਂਦਾ। ਇਹ ਬੜਾ ਜ਼ਬਰਦਸਤ ਇੱਕ ਨੈਕਸਸ ਕੰਮ ਕਰ ਰਿਹਾ। ਮੈਂ ਇਹ ਨਹੀਂ ਸਮਝਦਾ ਜਿੰਨੇ ਵਿਜ਼ਨਰੀ ਤਰੀਕੇ ਨਾਲ ਤੁਸੀਂ ਕੰਮ ਕਰ ਰਹੇ ਹੋ ਤੁਹਾਡੇ ਤੱਕ ਇਹ ਸੇਕ ਨਾ ਪਹੁੰਚਿਆ ਹੋਵੇ, ਗੱਲਾਂ ਨਾ ਪਹੁੰਚੀਆਂ ਹੋਵੇ। ਠੀਕ ਹੈ, ਤੁਸੀਂ ਹਜੇ ਸਾਡੇ ਅੱਗੇ ਪਹਿਲੀ ਮੀਟਿੰਗ ਹੈ ਤੇ ਸ਼ਾਇਦ ਨਾ ਬੋਲ ਰਹੇ ਹੋ, ਪਰ ਇਹ ਜਿੰਨਾ ਕਿ ਤੁਸੀਂ ਔਰਾ ਦਿਖਾ ਚੁੱਕੇ ਹੋ ਆਪਣਾ ਲੁਧਿਆਣੇ ਸ਼ਹਿਰ ਨੂੰ, ਤੁਹਾਡੇ ਤੱਕ ਗੱਲਾਂ ਤਾਂ ਪਹੁੰਚ ਗਈਆਂ ਹੋਣੀਆਂ। ਇਹ ਗੱਲ ਹੈ ਕਿ ਤੁਸੀਂ ਵੀ ਸ਼ਾਇਦ ਛਾਨਬੀਨ ਕਰ ਰਹੇ ਹੋ। ਨਹੀਂ, ਮੇਰੇ ਤੱਕ ਹਜੇ ਤੱਕ ਕੋਈ ਰਿਟਰਨ, ਦੇਖੋ ਜਿਹੜੇ ਤੁਸੀਂ ਮਾਫੀਆ ਦੀ ਗੱਲ ਕੀਤੀ ਹੈ, ਮੇਰੇ ਖਿਆਲ ਨਾਲ ਤਾਂ ਕੋਈ ਮਾਫੀਆ ਹੈ ਨਹੀਂਗਾ। ਪਰ ਜੇ ਕਿਤੇ ਕੋਈ ਤੁਹਾਨੂੰ ਲੱਗਦਾ, ਦੇਖੋ ਤੁਸੀਂ ਲੋਕਾਂ 'ਚ ਵਿਚਰਦੇ ਹੋ, ਜੇ ਕੋਈ ਕਿਸੇ ਦੀ ਲੋਕ ਡਰਦੇ ਹੈ, ਪਤਾ ਕਿਉਂ? ਕਿਉਂਕਿ ਲਾਅ ਐਂਡ ਆਰਡਰ ਤੁਹਾਡੇ ਇੱਥੇ ਤੁਹਾਡੇ ਰਾਜ 'ਚ ਪਿੱਛੇ 2 ਵਾਰੀ ਵਕੀਲਾਂ ਨੂੰ ਗੁੱਟ ਪੈ ਗਈ, ਪਰਚਾ ਨਹੀਂ ਹੋਇਆ। ਠੀਕ ਹੈ, ਜਿਹੜਾ ਇੱਕ ਲੇਡੀ ਨੇ ਇੱਕ ਵਿਧਾਇਕ ਤੇ ਪਰਚਾ ਕਰਾਉਣ ਦੀ ਗੱਲ ਕੀਤੀ, ਰੇਪ ਦਾ ਕੇਸ ਲਾਇਆ, ਨਹੀਂ ਹੋਇਆ। ਸੋ ਲੋਕਾਂ 'ਚ ਨਾ ਇੱਕ ਲਾਅ ਐਂਡ ਆਰਡਰ ਨੂੰ ਲੈ ਕੇ ਥੋੜਾ ਡਰ ਪੈਦਾ ਹੋ ਗਿਆ ਕਿ ਅਸੀਂ ਗੱਲ ਕਰੀਏ, ਪਰਚਾ ਤਾਂ ਹੋਣਾ ਨਹੀਂ। ਉੱਤਰ ਮੋਹੀ ਗੱਲ ਦੱਸਣ, ਦੇਖੋ ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਕਿੰਗ, ਰਾਈਟ? ਤੁਸੀਂ ਕਿਹਾ ਕਿ ਵਿਧਾਇਕ ਵਾਲਾ ਕੋਈ ਲੇਡੀ ਦਾ ਪਰਚਾ ਹੋਇਆ, ਠੀਕ ਹੈ? ਨਹੀਂ, ਪਰਚਾ ਨਹੀਂ ਹੋਇਆ, ਮੈਂ ਕਿਹਾ ਉਹਨਾਂ ਨੇ ਕੰਪਲੇਂਟ ਕੀਤੀ। ਨਹੀਂ ਹੋਇਆ, ਦੇਖੋ ਉਹਨਾਂ ਨੇ ਕੰਪਲੇਂਟ ਕੀਤੀ, ਜੋ ਮੈਨੂੰ ਸੁਣਨ ਨੂੰ ਆਇਆ ਕਿ ਉਸ ਤੋਂ ਬਾਅਦ ਜੀ ਉਹ ਹਾਈ ਕੋਰਟ ਚਲੇ ਗਏ। ਹਾਂਜੀ, ਦੇਖੋ ਜਦ ਮਾਨਯੋਗ ਹਾਈ ਕੋਰਟ, ਮੇਰੀ ਗੱਲ ਸੁਣੋ ਸਰ, ਜੇ ਮਾਨਯੋਗ ਹਾਈ ਕੋਰਟ ਉਸ ਚੀਜ਼ ਦੇ ਵਿੱਚ ਹੈ ਤੇ ਪੁਲਿਸ ਕੁਝ ਨਹੀਂ ਕਰ ਸਕਦੀ ਕਿਉਂਕਿ ਆਲਰੇਡੀ ਕੇਸ ਉਹ ਸਬਸਿਡਾਈਜ਼ ਹੋ ਗਿਆ ਹਾਈ ਕੋਰਟ ਦੇ ਵਿੱਚ। ਬਿੰਦਰਾ ਸਾਹਿਬ ਤੁਸੀਂ ਬਿਲਕੁਲ ਠੀਕ ਗੱਲ ਕੀਤੀ, ਪਰ ਸਰ ਇੱਕ ਲੇਡੀ, ਮੈਂ ਕਹਿੰਦਾ ABCD, ਤੁਸੀਂ ਇਮਾਨ, ਇੱਕ ਤੁਸੀਂ ਮੇਰੇ ਤੋਂ ਵੀ ਬੜੇ ਵਿਜ਼ਨਰੀ ਹੋ, ਤੁਸੀਂ ਇੱਕ ਚੀਜ਼ ਸਿਰਫ ਦੱਸ ਦਿਓ, ਇੱਕ ਲੇਡੀ 2 ਮਹੀਨੇ ਧੱਕੇ ਖਾਂਦੀ ਰਹੀ, ਉਹਦਾ ਪਰਚਾ ਨਹੀਂ ਦਰਜ ਹੋਊਗਾ ਤੇ ਉਹ ਮੁੜ ਕੇ 1 ਮਿੰਟ ਕੋਰਟ ਨਾ ਜਾਵੇ, ਆਪਾਂ ਇਹ ਵੀ ਉਸ ਤੋਂ ਬਾਅਦ ਆਪਾਂ ਕਹਦੇ ਜੁਡੀਸ਼ਰੀ ਹੋ ਗਿਆ ਮੈਟਰ। ਨਹੀਂ, ਦੇਖੋ ਪੁਲਿਸ ਇਨਵੈਸਟੀਗੇਟ ਕਰ ਰਹੀ ਸੀ। ਜੇ ਕੋਈ WhatsApp ਤੇ ਕੋਈ ਇੱਕ ਆਮ ਇਨਸਾਨ ਦੀ ਗੱਲ ਹੁੰਦੀ ਤਾਂ ਪਹਿਲਾਂ ਪਰਚਾ ਹੁੰਦਾ, ਫਿਰ ਇਨਕੁਆਇਰੀ ਹੁੰਦੀ ਹੈ। ਇੱਕ ਵਿਧਾਇਕ ਹੁੰਦਾ, ਉਹਨੂੰ ਕੋਈ ਸਪੈਸ਼ਲ ਰਾਈਟਸ ਹੈ ਇੰਡੀਆ ਦੇ ਵਿੱਚ? ਨਹੀਂ, ਸਪੈਸ਼ਲ ਰਾਈਟਸ ਤਾਂ ਨਹੀਂ ਹੁੰਦੇ ਹੈਗੇ, ਪਰ ਦੇਖੋ ਉਹ ਹੁਣ ਉਹ ਚੀਜ਼ ਹੀ ਜੋ ਪਿੱਛੇ ਉਹਦੇ ਨਾਲ ਕੁਛ ਆਇਆ ਕਿ ਕੋਈ ਕੰਪਰੋਮਾਈਜ਼ ਹੋਇਆ ਸੀਗਾ, ਫਿਰ ਉਹ ਲੇਡੀ ਨੇ ਕਿਹਾ ਕਿ ਵੀ ਮੇਰੇ ਨਾਲ ਇਹ ਹੋਇਆ, ਤਾਂ ਉਹ ਸਾਰੀ ਜਾਂਚ ਦਾ ਇੱਕ ਵਿਸ਼ਾ ਸੀਗਾ। ਜਾਂਚ ਕਰ ਰਹੇ ਸੀ, ਜਿਹੜੇ ਅਫਸਰ ਜਾਂਚ ਕਰ ਰਹੇ ਸੀ, ਹੋ ਸਕਦਾ ਉਹਨਾਂ ਦਾ ਟਰਾਂਸਫਰ ਹੋ ਗਿਆ, ਫਿਰ ਉਹ ਵਿੱਚ ਹੋ ਗਿਆ, ਤੇ ਉਹ ਮੇਰੇ ਖਿਆਲ ਕੁਛ ਦਿਨ ਹੀ ਹੋਏ ਸੀਗੇ ਕਿ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਉਹ ਫਾਈਲ ਕਰਤਾ। ਲਗਭਗ 1 ਮਹੀਨੇ ਤੋਂ ਜ਼ਿਆਦਾ, ਕੁਝ ਦਿਨ ਜਿਹੜੇ ਤੇ ਬੀਤਦੀ ਹੈ ਨਾ ਸਰ, ਜਿਹਦੇ ਤੇ ਬੀਤਦੀ ਹੈ ਉਹਦੇ ਲਈ 1 ਦਿਨ ਕੱਟਣਾ ਬਹੁਤ ਮੁਸ਼ਕਲ ਹੁੰਦਾ। ਇੱਥੇ ਤਾਂ 30-40 ਦਿਨ, ਔਰ ਕਿੰਨੇ ਆਪੋਜੀਸ਼ਨ ਨੇ ਵੀ ਰੌਲਾ ਪਾ ਲਿਆ, ਸਭ ਨੇ ਰੌਲਾ ਪਾ ਲਿਆ। ਮਤਲਬ ਮੈਂ ਸਿਰਫ ਇਹ ਕਹਿਣਾ ਚਾਹਾਂਗਾ, ਮੇਰਾ ਕੋਈ ਪਰਸਨਲ ਨਹੀਂ ਹੈ, ਮੈਂ ਇਹ ਕਹਿਣਾ ਜਿਵੇਂ ਤੁਸੀਂ ਬਹੁਤ ਅੱਛੇ ਕੰਮ ਕਰ ਰਹੇ ਹੋ, ਹੋਰ ਵੀ ਇੱਥੇ ਦੇ ਲੀਡਰ ਬੜੇ ਅੱਛੇ ਕੰਮ ਕਰ ਰਹੇ ਆ ਕੁਝ, ਪਰ ਲਾਅ ਐਂਡ ਆਰਡਰ ਤੋਂ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ, ਇਹਨੂੰ ਥੋੜਾ ਜਿਹਾ ਮੇਨਟੇਨ ਕਰੋ। ਲਾਅ ਐਂਡ ਆਰਡਰ, ਮੈਂ ਤਾਂ ਸਾਡੇ ਸੀਪੀ ਸਾਹਿਬ ਰਾਕੇਸ਼ ਜੀ, ਹੀ ਇਜ਼ ਅ ਵੈਰੀ ਜੈਂਟਲਮੈਨ, ਬਹੁਤ ਚੰਗਾ ਕੰਮ ਕਰ ਰਹੇ। ਚਲੋ ਕਿਤੇ ਨਾ ਕਿਤੇ ਕੋਈ ਹੋਏਗੀ ਕੋਈ ਕਮੀ ਪੇਸ਼ੀ ਕਿਤੇ ਚੱਲ ਜਾਂਦੀ ਹੈ। ਸਰ ਵਕੀਲਾਂ ਦੇ ਕੇਸ 'ਚ ਤਾਂ ਸਰੇਆਮ ਕੁੱਟ ਹੋਈ ਸੀ। ਵਕੀਲਾਂ ਦੇ ਕੇਸ, ਉਹਨਾਂ ਨੇ, ਮੈਨੂੰ ਪਤਾ ਨਹੀਂ ਕਿ ਵਕੀਲਾਂ ਦਾ ਮੁੱਦਾ ਹੈ ਕਿੱਥੇ ਤੱਕ ਪਹੁੰਚਿਆ, ਜਾਂ ਉਹ ਹੁਣ ਕੋਰਟ ਦੇ ਵਿੱਚ ਮੁੱਦਾ ਹੈ ਜਾਂ ਕੀ ਹੋਇਆ। ਦੇਖੋ ਉਹੀ ਨਾ, ਜਦ ਕੋਈ ਚੀਜ਼ ਇਨਵੈਸਟੀਗੇਟ ਪ੍ਰੋਪਰ ਨਹੀਂ ਹੋ ਪਾਈ, ਦੇਖੋ ਕੋਈ ਵੀ ਚੀਜ਼ ਜੇ ਕੋਈ ਲੜਾਈ ਹੁੰਦੀ ਹੈ, ਉਹਦਾ ਮਕਸਦ ਆ ਨਹੀਂ ਹੁੰਦਾ ਕਿ ਆਪਾਂ ਰੋਡ ਜਾਮ ਕਰਦੀ ਜਾਂ ਆਪਾਂ ਕੋਈ ਪ੍ਰੋਟੈਸਟ, ਪੀਸਫੁਲ ਤੁਸੀਂ ਕਰਦੇ ਹੋ, ਇਟਸ ਫਾਈਨ, ਪਰ ਉਹ ਚੀਜ਼ ਇਟ ਹੈਜ਼ ਟੂ ਬੀ ਇਨਵੈਸਟੀਗੇਟਡ। ਮੇਰੀ ਨੌਲੇਜ ਉਹ ਚੀਜ਼ ਨਹੀਂ ਹੈ, ਇਸ ਲਈ ਮੈਂ ਉੱਥੇ ਕੋਈ ਟਿੱਪਣੀ ਨਹੀਂ ਕਰ ਸਕਦਾ। ਤੁਹਾਡੇ ਨੋਟਿਸ 'ਚ ਹੀ ਲਿਆਂਦਾ, ਸਾਡਾ ਵੀ ਮਕਸਦ ਇਹੀ ਸੀ ਕਿ ਇਫ ਯੂ ਆਰ ਡੂਇੰਗ ਗੁੱਡ ਤੇ ਐਟਲੀਸਟ ਸਰ ਆਪਣੇ ਦਾਇਰੇ ਤੋਂ ਵੀ ਥੋੜਾ ਜਿਹਾ ਬਾਹਰ ਨਿਕਲ ਕੇ ਉਹਨਾਂ ਤੇ ਵੀ ਦੇਖੋ, ਤਾਂ ਕਿ ਜੇ ਕਿਉਰ ਕਰ ਰਹੇ ਆ, ਦੇਖੋ ਕੱਲੇ ਇੱਕ ਬੋਡੀ ਦੇ ਇੱਕ ਪਾਸੇ ਤੁਸੀਂ ਨਸਲਸ ਨੂੰ ਕਿਉਰ ਕਰ ਦਿਓ ਔਰ ਦੂਸਰੇ ਪਾਸੇ ਜਾਮ ਰਹਿ ਜਾਣ ਤੇ ਉਹ ਹੋਏਗਾ ਹੀ ਪ੍ਰੋਬਲਮ। ਨਹੀਂ ਜੀ, ਮੇਰੇ ਤੱਕ ਦੇਖੋ ਤੁਸੀਂ ਗੱਲ ਲੈ ਕੇ ਆਏ ਹੋ, ਦੇਖੋ ਗੱਲਾਂ 'ਚ ਹੀ ਹੈ। ਜੇ ਕੋਈ ਮੇਰੇ ਤੱਕ ਕੋਈ ਰਿਟਨ ਕੰਪਲੇਂਟ ਆਵੇ ਤੇ ਅਸੀਂ ਜ਼ਰੂਰ ਕਾਰਵਾਈ ਕਰੀਏ। ਸਾਡੇ ਕੋਲ ਡਿਫਰੈਂਟ ਡਿਪਾਰਟਮੈਂਟਸ ਹੈ, ਮਹਿਕਮੇ ਆ, ਅਸੀਂ ਗੱਲ ਕਰਕੇ ਜ਼ਰੂਰ ਕਾਰਵਾਈ ਕਰੀਏ। ਜੇ ਮੇਰੇ ਦੇਖੋ, ਜੇ ਸਾਡੇ ਤੱਕ ਪਹੁੰਚਣ ਨਾ, ਅਸੀਂ ਉਸ ਗੱਲ ਨੂੰ, ਜੇ ਕੁਝ ਪਹੁੰਚੇ, ਜੇ ਤੁਸੀਂ ਉਹ ਲੇਡੀ ਦੀ ਗੱਲ ਕੀ ਜਾਂ ਲਾਇਰਸ ਦੀ, ਜੇ ਕੁਝ ਪਹੁੰਚੇਗਾ ਤੇ ਅਸੀਂ ਜ਼ਰੂਰ ਉੱਥੇ ਐਕਸ਼ਨ ਲਵਾਂਗੇ। ਐਂਡ ਆਈ ਅਸ਼ਿਓਰ ਯੂ ਦਿਸ ਥਿੰਗ, ਕਿ CM ਸਾਹਿਬ ਦੀ ਜੋ ਲੀਡਰਸ਼ਿਪ ਹੈ, ਜੋ ਉਹਨਾਂ ਦਾ ਵਿਜ਼ਨ ਹੈ, ਕਰਪਸ਼ਨ ਨਾਂ ਦਾ ਤਾਂ ਨਾਮੋ ਨਿਸ਼ਾਨ ਹੀ ਕਿਤੇ ਹੈ ਨਹੀਂਗਾ। ਪਰ ਫਿਰ ਵੀ ਜੇ ਤੁਹਾਨੂੰ ਕਿਤੇ ਕੋਈ ਸ਼ਿਕਾਇਤ ਆਉਂਦੀ ਹੈ, ਯੂ ਕੁਡ ਆਲਵੇਜ਼ ਨੌਕ ਆਵਰ ਡੋਰਸ। ਸਾਡੇ ਈਮੇਲ ਹੈ, ਸਾਡੇ ਕੰਟੈਕਟ ਨੰਬਰ ਹੈ, ਮੈਂ ਇਸ ਡਿਸਟ੍ਰਿਕਟ ਦੇ ਵਿੱਚ ਰਹਿਣਾ, ਆਈ ਐਮ ਆਲਵੇਜ਼ ਅਵੇਲੇਬਲ
मैं 24 ਆਵਰਸ ਮੈਂ ਅਵੇਲੇਬਲ ਹਾਂ। 24 ਚਲੋ 5-6 ਘੰਟੇ ਸੋ ਕੇ ਮੈਂ ਅਵੇਲੇਬਲ ਹਾਂ। ਮੈਨੂੰ ਜਿੱਥੇ ਮਰਜ਼ੀ ਬੁਲਾਓ, ਜਦ ਮਰਜ਼ੀ ਫੋਨ ਕਰੋ। ਐਂਡ ਮੈਂ ਜੇ ਕੋਈ ਲੋਕਾਂ ਨੂੰ ਕਿਤੇ ਕੋਈ ਦਿੱਕਤ ਆ ਰਹੀ ਹੈ, ਮੈਂ ਜ਼ਰੂਰ ਉਸ ਆਵਾਜ਼ ਨੂੰ ਮੈਂ ਅੱਗੇ ਮੈਂ ਲੈ ਕੇ ਜਾਊਂਗਾ ਔਰ ਲੋਕਾਂ ਨੂੰ ਮੈਂ ਇਨਸਾਫ ਮੈਂ ਦਿਵਾਊਂਗਾ। ਠੀਕ ਹੈ ਸਰ, ਥੈਂਕ ਯੂ ਜੀ, ਥੈਂਕ ਯੂ ਸਰ, ਥੈਂਕ ਯੂ। ਤੇ ਦੋਸਤੋ, ਇਹ ਸੀਗੇ ਸੁਖਮਿੰਦਰ ਸਿੰਘ ਬਿੰਦਰਾ। ਜੀ ਹਾਂ, ਤੁਹਾਨੂੰ ਵੀ ਦੇਖ ਕੇ ਲੱਗਿਆ ਨਹੀਂ ਹੋਣਾ ਕਿ ਇਹ ਚੇਅਰਮੈਨ ਹੈ, ਕਿਉਂਕਿ ਚੇਅਰਮੈਨ ਦੀ ਅਕਸਰ ਅਸੀਂ ਪਰਸੈਪਸ਼ਨ ਬਣਾ ਕੇ ਰੱਖਦੇ ਹਾਂ ਕਿ ਉਹ ਬਜ਼ੁਰਗ ਹੋਣਗੇ, ਸੀਨੀਅਰ ਸਿਟੀਜ਼ਨ ਹੋਣਗੇ। ਇਹ ਯੰਗ ਜਿਹੜੇ ਹੈ, ਯੰਗੈਸਟ ਚੇਅਰਮੈਨ ਹੈਗੇ ਆ। ਸਾਨੂੰ ਬੜੀ ਖੁਸ਼ੀ ਹੋਈ ਕਿਉਂਕਿ ਇਹਨਾਂ ਨੂੰ ਡਿਪਾਰਟਮੈਂਟ ਵੀ CM ਸਾਹਿਬ ਨੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦਾ ਦਿੱਤਾ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਲੋਕ ਨਿਰਾਸ਼ ਹੋ ਕੇ ਫੋਰਨ ਨੂੰ ਜਾ ਰਹੇ ਹੈ ਜਾਂ ਜਿਨ੍ਹਾਂ ਨੂੰ ਵਿਜ਼ਨ ਨਹੀਂ ਮਿਲ ਰਿਹਾ, ਉਹ ਇਹੋ ਜਿਹੇ ਚੇਅਰਮੈਨ ਨੂੰ ਦੇਖ ਕੇ ਉਹਨਾਂ 'ਚ ਵੀ ਇੱਕ ਐਨਰਜੀ ਆਈ ਹੋਏਗੀ ਔਰ ਉਹ ਵੀ ਸੋਚਣਗੇ ਕਿ ਅਸੀਂ ਵੀ ਕੁਝ ਕਰ ਸਕਦੇ ਹਾਂ, ਮਿਹਨਤ ਦਾ ਫਲ ਮਿਲਦਾ ਹੈ। ਇਹ ਇਹਨਾਂ ਨੂੰ ਦੇਖ ਕੇ ਪਤਾ ਲੱਗਦਾ। ਇੱਦਾਂ ਹੀ ਤੁਹਾਨੂੰ ਹੋਰ ਵੀ ਨਵੇਂ ਮੁੱਦਿਆਂ ਨਾਲ ਜਾਣੂ ਕਰਾਉਂਦੇ ਰਹਾਂਗੇ, ਸ਼ਖਸੀਅਤਾਂ ਨਾਲ ਮਿਲਵਾਉਂਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।